सब तुच्छ हमारी। बरन सकै महिमा जो तिहारी। हम न सकत कर सिफत तुम्हारी। आप लेहो तुम कथा सुधारी। ज्यों बोला वहे त्यों बोलहि स्वामी। कुदरत कमन हमारी। साध संग नानक जस गायो। जो प्रभ की अत प्यारी। साध संग नानक जस गायो। जो प्रभ की अत प्यारी। सतनाम श्री वाहिगुरु साहिब जीओ। ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰਹਿ ਵਿਚਾਰ। ਬੰਦੇ ਸੇਜ ਪਵਹਿ ਵਿੱਚ ਬੰਦੀ ਵੇਖਣ ਕਾ ਦੀਦਾਰ। ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਪਾਰ। ਤੀਰਥ ਨਾਵਹਿ ਅਰਚਾ ਪੂਜਾ ਅਗਰ ਵਾਸ ਵਹਿਕਾਰ। ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਸਤਿਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ। ਦੇ ਦੇ ਮੰਗਹਿ ਸਹਸਾ ਗੁਣਾ ਸੋਭ ਕਰੇ ਸੰਸਾਰ। ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਬੇਕਾਰ। ਇਕ ਹੋਦਾ ਖਾਏ ਚੱਲਹਿ ਐ ਥਾਊ ਤਿਨਾ ਪੇਕਾਈ ਕਾਰ। ਜਾਲ ਥਲ ਜੀਆ ਪੂਰੀਆ ਲੋਆ ਆਕਾਰਾ ਕਾਰ। ਓਏ ਜੇ ਆਖੇ ਤੂੰ ਓਏ ਜੇ ਆਖੇ ਸੋ ਤੂੰ ਹੈ ਜਾਣਹਿ ਤਿਨਾ ਭੇ ਤੇਰੀ ਸਾਰ। ਨਾਨਕ ਭਗਤਾ ਭੁਖ ਸਲਾਹਣ ਸਚ ਨਾਮ ਆਧਾਰ। ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਛਾਰ। ਮੁਸਲਮਾਨਾ ਸਿਫਤ ਸਰੀਅਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ।
ਸਜੇ ਹੋ ਦੀਵਾਨਾ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਜੋ ਹਰ ਰੋਜ਼ ਇਸ ਪਾਵਨ ਅਸਥਾਨ ਤੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ, ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚੌਥੇ ਸਵਰੂਪ ਸੋਢੀ ਸੁਲਤਾਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ ਦਾ ਅੱਜ ਜੋਤੀ ਜੋਤ ਪਾਵਨ ਦਿਹਾੜਾ ਹੈ। ਗਰੀਬ ਨਵਾਜ ਸਤਿਗੁਰੂ ਜੀ ਦੀ ਕੁੱਲ ਆਰਬਲਾ ਸਾਧ ਸੰਗਤ ਜੀ 47 ਸਾਲ ਤੇ 16 ਦਿਨ ਦੀ ਬਣਦੀ ਹੈ। ਇਤਿਹਾਸ ਦੇ ਪੰਨਿਆਂ ਮੁਤਾਬਕ ਔਰ ਜੀਵਨ ਕਾਲ ਦੌਰਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੰਬੇਰਾ ਸਮਾਂ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਗੁਰੂ ਘਰ ਦੀਆਂ ਮਹਾਨ ਸੇਵਾਵਾਂ ਨੂੰ ਨਿਭਾਇਆ। ਕਦੇ ਵੀ ਸਤਿਗੁਰੂ ਜੀ ਦੇ ਬਚਨਾਂ ਦੀ ਉਲੰਘਣਾ ਨਹੀਂ ਸੀ ਕੀਤੀ। ਭਾਵੇਂ ਛੋਟੀ ਆਰਬਲਾ ਦੇ ਵਿੱਚ ਹੀ ਮਾਤਾ ਪਿਤਾ ਸਰੀਰ ਛੱਡ ਗਏ ਸਨ, ਸੱਚਖੰਡ ਗਮਨ ਕਰ ਗਏ ਸਨ, ਪਰ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਹੈ, ਕਦਾਚਿਤ ਵੀ ਮਾਤਾ ਪਿਤਾ ਦਾ ਮੋਹ ਨਹੀਂ ਮਨ ਦੇ ਅੰਦਰ ਜਾਗਰਤ ਹੋ ਸਕਿਆ। ਇੰਨਾ ਪਿਆਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚੋਂ ਮਿਲਿਆ, ਕਿਉਂਕਿ ਗੁਰੂ ਚਰਨਾਂ ਦੀ ਸੇਵਾ ਸਾਧ ਸੰਗਤ ਜੀ ਬਹੁਤ ਮਹਾਨ ਹੈ। ਜਿਹੋ ਜਿਹੀ ਭਾਵਨਾ ਦੇ ਨਾਲ ਕੋਈ ਗੁਰਸਿੱਖ ਪ੍ਰਾਣਾ ਧਾਰੀ ਜੀਵ ਸੇਵਾ ਕਰਦਾ ਹੈ, ਸਤਿਗੁਰੂ ਜੀ ਉਹਦੀ ਝੋਲੀ ਦੇ ਵਿੱਚ ਉਹੋ ਜਿਹਾ ਹੀ ਫਲ ਪਾ ਦਿੰਦੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਮੁੱਖ ਵਾਕ ਹੈ ਸੰਸਕ੍ਰਿਤੀ ਸ਼ਲੋਕਾਂ ਦੇ ਅੰਦਰ, ਪਾਛੰ ਕਰੋਤ ਅਗਰਣੀ ਵਹਿ ਨਿਰਾਸੰ ਆਸ ਪੂਰਨ ਹੈ, ਨਿਰਧਨ ਭਯੰ ਧਨਵੰਤ ਹੈ, ਰੋਗੀਅੰ ਰੋਗ ਖੰਡਨ ਹੈ, ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ। ਕਿ ਜਿੱਦਾਂ ਦੀ ਮਨ ਵਿੱਚ ਭਾਵਨਾ ਲੈ ਕੇ ਕੋਈ ਸੇਵਾ ਕਰਦਾ ਹੈ, ਸਤਿਗੁਰੂ ਜੀ ਉਸੇ ਤਰ੍ਹਾਂ ਜੀਵ ਦੀ ਝੋਲੀ ਵਿੱਚ ਦਾਤ ਪਾ ਦਿੰਦੇ ਹਨ। ਰੋਗੀਆਂ ਦੇ ਰੋਗ ਖੰਡ ਦਿੰਦੇ ਆ, ਕੰਗਾਲਾਂ ਨੂੰ ਧਨ ਦੇ ਦਿੰਦੇ ਹਨ। ਜਿਨ੍ਹਾਂ ਦੇ ਮਨ ਵਿੱਚ ਸੰਸਾਰ ਦੇ ਅੰਦਰ ਆਸਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੈ, ਜਿਵੇਂ ਬਾਬਾ ਆਦਮ ਜੀ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਸੀ, ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਇਸ ਪ੍ਰਕਾਰ ਜਿਨ੍ਹਾਂ ਦੇ ਮਨ ਵਿੱਚ ਭਾਵਨਾ ਕਿ ਸਾਨੂੰ ਕੀਰਤਨ ਕਰਨੇ ਦੀ ਦਾਤ ਮਿਲ ਜਾਵੇ, ਉਹਨਾਂ ਨੂੰ ਜਸ ਕਰਨ ਦੀ ਦਾਤ ਮਿਲ ਜਾਂਦੀ ਹੈ। ਬਹੁਤਾ ਲੰਬੇਰਾ ਸਮਾਂ ਪਰਮੇਸ਼ਰ ਦੀ ਭਗਤੀ ਕਰੀਏ, ਉਹਨਾਂ ਨੂੰ ਭਗਤੀ ਦੀ ਦਾਤ ਮਹਾਰਾਜ ਬਖਸ਼ਿਸ਼ ਕਰ ਦਿੰਦੇ ਹਨ। ਤੇ ਇਹ ਬਚਨ ਉਚਾਰਨ ਕਰਕੇ ਸਤਿਗੁਰੂ ਜੀ ਨੇ ਕਿਹਾ ਹੈ, ਪਾਰ ਬ੍ਰਹਮ ਪੁਰਖ ਦਾ ਤਾਰ ਹੈ, ਨਾਨਕ ਗੁਰ ਸੇਵਾ ਕਿਨ ਨਾ ਲੱਭਿਆ। ਤੇ ਇਹ ਗੁਰਸਿੱਖੋ ਕਿਹੜੀ ਦਾਤ ਹੈ ਜੋ ਗੁਰੂ ਚਰਨਾਂ ਦੀ ਸੇਵਾ ਕਰਨ ਨਾਲ ਨਹੀਂ ਪ੍ਰਾਪਤ ਹੋ ਸਕਦੀ। ਭਾਵ ਸਮੁੱਚੀਆਂ ਦਾਤਾਂ ਜੀਵ ਨੂੰ ਪ੍ਰਾਪਤ ਹੋ ਸਕਦੀਆਂ ਜੇ ਭਾਵਨਾ ਦੇ ਨਾਲ ਗੁਰੂ ਚਰਨਾਂ ਦੀ ਸੇਵਾ ਕਰ ਲਵੇ। ਤੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਨੇ ਲੰਬੇਰਾ ਸਮਾਂ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹੀ ਦੇ ਚਰਨਾਂ ਦੀ ਸੇਵਾ ਕਮਾਈ ਹੈ ਔਰ ਸਤਿਗੁਰੂ ਜੀ ਦਾ ਹੀ ਸਰੂਪ ਪ੍ਰਾਪਤ ਕਰ ਲਿਆ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਸੀ। ਰਿਸ਼ਤੇਦਾਰੀ ਦੇ ਵਿੱਚੋਂ ਭਾਵੇਂ ਦੁਨਿਆਵੀ ਰਿਸ਼ਤੇਦਾਰੀ ਦੇ ਵਿੱਚ ਸਤਿਗੁਰੂ ਜੀ ਦੇ ਭਾਵੇਂ ਜਵਾਈ ਲੱਗਦੇ ਸਨ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਸੁਪੁੱਤਰੀ ਬੀਬੀ ਭਾਨੀ ਜੀ ਦੇ ਨਾਲ ਵਿਆਹ ਕਾਰਜ ਹੋਇਆ, ਆਨੰਦ ਕਾਰਜ ਕੀਤਾ ਸੀ। ਭਾਵੇਂ ਜੋ ਪਰਿਵਾਰ ਵਾਲੇ ਸਖੀ ਸੰਬੰਧੀ ਲਾਹੌਰ ਤੋਂ ਚੱਲ ਕਰਕੇ ਆਏ ਸਨ,
ਬੜਾ ਉਹਨਾਂ ਨੇ ਆ ਕਰਕੇ ਮਨ ਨੂੰ ਡਲਾਉਣ ਦਾ ਯਤਨ ਕੀਤਾ ਸੀ ਕਿ ਸਹੁਰੇ ਪਰਿਵਾਰ ਘਰ ਦੇ ਵਿੱਚ ਰਹਿ ਕਰਕੇ ਵੀ ਤੁਸੀਂ ਸੇਵਾ ਕਰ ਰਹੇ ਹੋ, ਪਰ ਕਿਸੇ ਦੀ ਵੀ ਕਾਨ ਕਨੌਟ ਮਨ ਦੇ ਉੱਪਰ ਥੋੜਾ ਜਿੰਨਾ ਵੀ ਅਸਰ ਨਹੀਂ ਸੀ ਕੀਤਾ। ਕੇਵਲ ਗੁਰੂ ਚਰਨਾਂ ਦੀ ਸੇਵਾ ਦੇ ਨਾਲ ਮਨ ਦੇ ਅੰਦਰ ਪਿਆਰ ਬਣਾ ਕਰਕੇ ਰੱਖਿਆ ਸੀ ਔਰ ਹਿਰਦੇ ਹੋ ਕੇ ਹਰ ਸਮੇਂ ਸੇਵਾ ਦੇ ਵਿੱਚ ਹੀ ਤਤਪਰ ਰਹਿੰਦੇ ਸਨ। ਨੇਤਰਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹੀ ਦੇ ਹਰ ਸਮੇਂ ਦੀਦਾਰ ਪਰਸਦੇ, ਰਸਨਾ ਤੋਂ ਹਰ ਸਮੇਂ ਪਰਮੇਸ਼ਰ ਦਾ ਨਾਮ ਸਿਮਰਦੇ ਰਹਿੰਦੇ ਸਨ। ਤੇ ਕਦੇ ਕਦੇ ਗਰੀਬ ਨਵਾਜ ਸਤਿਗੁਰੂ ਜੀ ਦੇ ਪਿਆਰ ਵਾਲੇ ਸਿੱਖਾਂ ਨੇ ਬੜੇ ਜੋ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹੀ ਦੀ ਪਰਖ ਵੀ ਕਰਨੀ, ਪਰ ਕਦੇ ਕਿਸੇ ਸਿੱਖ ਦੇ ਅੱਗੇ ਵੀ ਮਹਾਰਾਜ ਸਾਹਿਬ ਜੀ ਨੇ ਨਿਮਰਤਾ ਦੇ ਐਸੇ ਪੁੰਜ ਹਨ, ਕਦੇ ਕੋਈ ਮੋੜਵਾਂ ਜਵਾਬ ਨਹੀਂ ਸੀਗਾ ਦਿੱਤਾ। ਸਤਿਗੁਰੂ ਜੀ ਨੂੰ ਤਾਂ ਬੜੀ ਦੂਰ ਦੀ ਗੱਲ ਹੈ ਕਿ ਮਹਾਰਾਜ ਸਾਹਿਬ ਜੀ ਦੇ ਅੱਗੇ ਹੋ ਕਰਕੇ ਕਦੇ ਕੋਈ ਜਵਾਬ ਦਿੱਤਾ ਹੋਵੇ। ਕਦੇ ਸਿੱਖਾਂ ਨੂੰ ਵੀ ਸਤਿਗੁਰੂ ਜੀ ਨੇ ਜਵਾਬ ਨਹੀਂ ਸੀਗਾ ਦਿੱਤਾ। ਐਸੇ ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਨੂੰ ਸਤ ਸੰਗਤ ਜੀ ਗੁਰਿਆਈ ਦੀ ਦਾਤ ਜਦੋਂ ਬਖਸ਼ਿਸ਼ ਹੋਈ ਹੈ ਨਾ, ਕੋਈ ਵੀ ਮਾਈ ਭਾਈ ਸਿੱਖ ਸੇਵਕ ਸਤਿਗੁਰੂ ਜੀ ਦੇ ਚਰਨਾਂ ਵਿੱਚ ਚੱਲ ਕੇ ਆਇਆ, ਭਾਵੇਂ ਕੋਈ ਜੋਗੀ ਚੱਲ ਕੇ ਆਇਆ, ਮਹਾਰਾਜ ਸਾਹਿਬ ਜੀ ਨੇ ਉਹਨੂੰ ਯੋਗਾ ਅਭਿਆਸ ਕਰਨਾ, ਜੋਗੀ ਸੱਚਾ ਕਿਹੋ ਜਿਹਾ ਹੁੰਦਾ ਹੈ ਉਪਦੇਸ਼ ਦੇ ਕਰਕੇ ਨਿਵਾਜਿਆ ਹੈ। ਜੇ ਕੋਈ ਪੰਡਿਤ ਚੱਲ ਕੇ ਆਏ ਤੇ ਉਹਨੂੰ ਪੰਡਿਤ ਪੁਣਾ ਸਿਖਾਇਆ ਕਿ ਪੰਡਿਤ ਅਸਲ ਕੌਣ ਹੁੰਦਾ ਹੈ। ਜੇ ਕੋਈ ਬ੍ਰਾਹਮਣ ਆਇਆ ਤੇ ਉਸ ਨੂੰ ਬ੍ਰਾਹਮਣ ਦੀ ਮਰਜ਼ਾਦਾ ਦਰਸਾ ਦਿੱਤੀ ਹੈ ਕਿ ਬ੍ਰਾਹਮਣ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਹ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦਾ ਸਿਧਾਂਤ ਹੈ ਕਿ ਕਦੇ ਵੀ ਕਿਸੇ ਵੀ ਮਜ਼ਹਬ ਦੇ ਨਾਲ ਈਰਖਾ ਨਹੀਂ ਹੈ। ਹਰ ਇੱਕ ਧਰਮ ਦਾ ਸਤਿਕਾਰ ਕਰਨਾ ਮਹਾਰਾਜ ਸਾਹਿਬ ਜੀ ਨੇ ਦਰਸਾਇਆ, ਪਰ ਅਸਲ ਉਹੋ ਹੀ ਸੱਚਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜਿਹੜਾ ਧਰਮ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ। ਭਾਵੇਂ ਕੋਈ ਹਿੰਦੂ ਹੈ ਚਾਹੇ ਮੁਸਲਮਾਨ, ਭਾਵੇਂ ਕੋਈ ਬ੍ਰਾਹਮਣ ਹੈ ਚਾਹੇ ਪੰਡਿਤ ਹੈ, ਖੱਤਰੀ ਹੈ ਭਾਵੇਂ ਸ਼ੂਦਰ, ਕੋਈ ਵੈਸ ਕਿਸੇ ਵਰਨਾਂ ਦੇ ਵਿੱਚੋਂ ਚਾਹੇ ਕਿਸੇ ਵੀ ਮਜ਼ਹਬ ਦੇ ਵਿੱਚੋਂ ਹੈ, ਸਭ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਕਾਰ ਕਰਨਾ ਸਿਖਾਇਆ ਹੈ। ਪਰ ਸੱਚਾ ਉਸੇ ਨੂੰ ਕਿਹਾ ਗਰੀਬ ਨਵਾਜ ਸਤਿਗੁਰੂ ਜੀ ਨੇ ਜਿਹੜਾ ਧਰਮ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਸੀ। ਤੇ ਸਾਧ ਸੰਗਤ ਜੀ, ਐਸੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਅੰਤਰਜਾਮੀ ਦਇਆ ਦੇ ਘਰ ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਬੇਅੰਤ ਜੀਵਾਂ ਦਾ ਉਧਾਰ ਕੀਤਾ। ਜਿਵੇਂ ਗੁਰੂ ਕਾ ਚੱਕ ਨਗਰ ਵਸਾਇਆ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੀਆਂ ਮਹਾਨ ਜਿਵੇਂ ਖੁਸ਼ੀਆਂ ਨੂੰ ਪ੍ਰਾਪਤ ਕਰਨਾ ਔਰ ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿ ਕਰਕੇ ਜੀਵਨ ਨਿਰਵਾਹ ਕਰਨਾ। ਫਿਰ ਜਦੋਂ ਤੋਂ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋ ਗਈ ਹੈ, ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਦਾਚਿਤ ਵੀ ਮਨ ਵਿੱਚ ਹੰਕਾਰ ਨਹੀਂ ਸੀਗਾ ਕੀਤਾ, ਭਾਵੇਂ ਗੁਰਤਾ ਗੱਦੀ ਦੀ ਦਾਤ ਵੀ ਪ੍ਰਾਪਤ ਹੋ ਗਈ ਸੀ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ ਆਏ ਸਨ। ਹਜੂਰ ਦੇ ਜਦੋਂ ਸਨਮੁਖ ਹੋਏ ਐ ਤੇ ਪਰਖ ਕਰਨ ਦੇ ਵਾਸਤੇ ਬਚਨ ਕੀਤੇ ਸਨ ਕਿ ਦਾੜਾ ਕਾਹਦੇ ਵਾਸਤੇ ਇੰਨਾ ਲੰਬਾ ਵਧਾਇਆ। ਤੇ ਲੰਬਾ ਦਾੜਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਇੱਕ ਹੱਥ ਦੇ ਵਿੱਚ ਫੜ ਕੇ ਤੇ ਦੂਜੇ ਹੱਥ ਦੇ ਨਾਲ ਬਾਬਾ ਜੀ ਦੇ ਚਰਨ ਫੜ ਕੇ ਸਾਫ਼ ਕਰਨ ਲੱਗ ਪਏ ਤੇ ਕਹਿਣ ਲੱਗੇ ਤੁਹਾਡੇ ਵਰਗੇ ਸਤਿਪੁਰਸ਼ਾਂ ਦੇ ਨਾਮ ਜਪਣ ਵਾਲਿਆਂ ਦੇ ਚਰਨਾਂ ਨੂੰ ਸਾਫ਼ ਕਰਨ ਵਾਸਤੇ ਦਾੜਾ ਵੱਡਾ ਵਧਾਇਆ ਹੈ। ਤੇ ਨੇਤਰਾਂ ਵਿੱਚ ਵੈਰਾਗ ਭਰ ਆਇਆ ਬਾਬਾ ਜੀ ਦੇ। ਕਹਿਣ ਲੱਗੇ ਮਹਾਰਾਜ ਇਸੇ ਨਿਮਰਤਾ ਨੇ ਹੀ ਸਾਡਾ ਘਰ ਲੁੱਟਿਆ, ਭਾਵ ਕਿ ਅਸੀਂ ਗੁਰਤਾ ਗੱਦੀ ਤੋਂ ਵਾਂਝੇ ਰਹਿ ਗਏ। ਸਤਿਗੁਰੂ ਜੀ ਨੂੰ ਕੇਵਲ ਪਿਤਾ ਤੱਕ ਹੀ ਸੀਮਤ ਸਮਝਿਆ ਕਿ ਸਾਡੇ ਪਿਤਾ ਹਨ। ਅਕਾਲ ਪੁਰਖ ਪਰਮੇਸ਼ਰ ਜੀ ਦਾ ਸਰੂਪ ਨਾ ਸਮਝਣ ਕਰਕੇ ਹੀ ਸਾਡਾ ਘਰ ਲੁੱਟਿਆ ਗਿਆ। ਤੁਹਾਡੇ ਵਰਗੇ ਨਿਮਰਤਾ ਵਾਲਿਆਂ ਨੇ, ਹਿਰਦੇ ਦੀ ਗਰੀਬੀ ਵਾਲਿਆਂ ਨੇ ਸਾਡਾ ਘਰ ਲੁੱਟਿਆ ਹੈ।
ਫਿਰ ਨਾਲ ਕਹਿੰਦੇ ਸਾਡੇ ਕੋਲ ਵੀ ਜਿੰਨੀਆਂ ਬਰਕਤਾਂ ਬਖਸ਼ਿਸ਼ਾਂ ਨੇ ਤੁਹਾਨੂੰ ਹੀ ਅਸੀਂ ਸੌਂਪ ਦਿੰਦੇ ਆ। ਐਸੇ ਗਰੀਬ ਨਵਾਜ ਸਤਿਗੁਰੂ ਜੀ ਹਨ ਜਿਨ੍ਹਾਂ ਦੀ ਮਹਿਮਾ ਕਹਿਣੇ ਕਥਨੇ ਤੋਂ ਬਾਹਰ ਹੈ। ਸਾਧ ਸੰਗਤ ਜੀ ਭੱਟ ਰਸਨਾ ਦੁਆਰਾ ਹਜੂਰ ਨੇ ਉਚਾਰਨ ਕੀਤਾ, ਕਹਿੰਦੇ ਹਨ ਕਾਟੇ ਸੋ ਪਾਪ ਤਿਨ ਨਰ ਹੋ ਕੇ ਗੁਰ ਰਾਮਦਾਸ ਜਿਨ ਧਿਆਇਆ। ਛਤਰ ਸਿੰਘਾਸਨ ਪਿਰਥਮੀ ਗੁਰ ਅਰਜਨ ਕਉ ਦੇ ਆਇਆ। ਜੋ ਗੁਰਤਾ ਗੱਦੀ ਦਾ ਤਖਤ ਸੀ ਨਾ, ਰਹਿੰਦੀ ਦੁਨੀਆ ਤੱਕ ਸੰਸਾਰ ਦੇ ਅੰਦਰ ਝੁੱਲਣ ਵਾਲਾ ਛਤਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਇਹ ਸੌਂਪ ਕਰਕੇ, ਜੋ ਸੰਮਤ 1638 ਬਿਕਰਮੀ ਭਾਦਰੋਂ ਸੁਦੀ ਤੀਜ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣਾ ਕੀਤਾ। ਅੱਜ ਸਤਿਗੁਰੂ ਜੀ ਦਾ ਸੱਚਖੰਡ ਜੋ ਗਮਨ ਦਿਵਸ ਹੈ। ਸਾਧ ਸੰਗਤ ਜੀ ਆਓ ਹੁਣ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰਨ ਨਾਲ ਜੁੜੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋ ਪਾਵਨ ਬਾਣੀ ਆਸਾ ਕੀ ਵਾਰ ਪਾਵਨ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ। ਆਓ ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਪਿਆਰ ਦੇ ਨਾਲ ਰਸਨਾ ਤੋਂ ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਕਪਟਨ ਸ਼ਹਿਰ ਦੇ ਅੰਦਰ ਸ਼ੇਖ ਬ੍ਰਹਮ ਫਰੀਦ ਦੇ ਨਾਲ ਜਿਵੇਂ ਸੰਵਾਦ ਹੋ ਰਿਹਾ ਹੈ, ਜਿਵੇਂ ਸਤਿਗੁਰੂ ਜੀ ਦੇ ਨਾਲ ਉਸਨੇ ਚਰਚਾ ਕੀਤੀ ਹੈ। ਭਗਤ ਫਰੀਦ ਸਾਹਿਬ ਜੀ ਦਾ ਜੋ ਪੁੱਤਰ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਮਹਾਰਾਜ ਜੋ ਇਸਲਾਮ ਮਤ ਦੇ ਅਨੁਸਾਰ ਜਿਹੜੇ ਮੁਸਲਮਾਨ ਹਨ ਉਹ ਹਿੰਦੂਆਂ ਦੇ ਨਾਲੋਂ ਵੱਡੇ ਗਿਣੇ ਜਾਂਦੇ ਆ। ਇਹ ਜਿਹੜਾ ਹਿੰਦੂ ਮਤ ਹੈ ਇਹਨਾਂ ਦੇ ਨਾਲ ਉੱਚਾ ਤੇ ਪਰਮ ਵੱਡਾ ਧਰਮ ਗਿਣਿਆ ਜਾਂਦਾ ਹੈ, ਕਿਉਂਕਿ ਸੰਸਾਰ ਦੇ ਅੰਦਰ ਜਿੰਨੇ ਵੀ ਧਰਮ ਹੈ ਨਾ, ਹਰ ਇੱਕ ਧਰਮ ਦਾਅਵਾ ਕਰਦਾ ਕਿ ਮੈਂ ਸਭ ਤੋਂ ਵੱਡਾ ਹਾਂ। ਹਰ ਇੱਕ ਧਰਮ ਦੇ ਲੋਕ ਆਪਣੇ ਆਪ ਨੂੰ ਵਡਿਆ ਕਰਕੇ ਜਗਤ ਦੇ ਅੰਦਰ ਯਤਨ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਕਹਿੰਦੇ ਹਨ ਕਿ ਠੀਕ ਹਰ ਇੱਕ ਧਰਮ ਭਾਵੇਂ ਸਤਿਕਾਰਯੋਗ ਹੈ, ਪਰ ਅਸਲ ਉਹੀ ਮਨੁੱਖ ਧਰਮੀ ਗਿਣੀਦਾ ਹੈ ਜਿਹੜਾ ਧਰਮ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ। ਅਸਲ ਉਸੇ ਨੂੰ ਧਰਮੀ ਗਿਣਿਆ ਜਾ ਸਕਦਾ ਹੈ। ਤੇ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਰਾਹੀਂ ਜੋ ਬਖਸ਼ਿਸ਼ ਕੀਤੀ ਹੈ, ਹਜੂਰ ਫਰਮਾਉਂਦੇ ਹਨ ਕਿ ਜਿਹੜੇ ਜੋਗੀ ਹੈ ਉਹ ਕਿਵੇਂ ਦਾ ਆਪਣਾ ਜੀਵਨ ਨਿਰਵਾਹ ਕਰਦੇ ਆ। ਹਿੰਦੂ ਮਤ ਵਾਲੇ ਲੋਕ ਕਿਵੇਂ ਇਸ ਸੰਸਾਰ ਦੇ ਅੰਦਰ ਜੀਵਨ ਬਤੀਤ ਕਰਦੇ ਹਨ, ਔਰ ਇਸਲਾਮ ਨੂੰ ਮੰਨਣ ਵਾਲੇ ਜੇ ਕਿਸ ਢੰਗ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਆ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਮੁਸਲਮਾਨਾ ਸਿਫਤ ਸਰੀਅਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜੀ ਸ਼ਰਅ ਦੀ ਸਿਫਤਾਂ ਹਨ, ਹਰ ਸਮੇਂ ਮੁਸਲਮਾਨ ਇਸਲਾਮ ਨੂੰ ਮੰਨਣ ਵਾਲੇ ਇਹ ਸ਼ਰਅ ਦੀਆਂ ਸਿਫਤਾਂ ਕਰਦੇ ਰਹਿੰਦੇ ਹਨ। ਪਰ ਤਰੀਕਤ ਮਾਰਫਤ ਇਹ ਵੀ ਤਾਂ ਆਖਰਕਾਰ ਇਹਨਾਂ ਦੇ ਗ੍ਰੰਥਾਂ ਵਿੱਚ ਹੀ ਬਚਨ ਲਿਖੇ ਹੋਏ ਹੈ ਨਾ। ਗਿਆਨ ਦੀ ਪ੍ਰਾਪਤੀ ਕਰਨੀ, ਧਰਮ ਨੂੰ ਇੱਕ ਸਥਿਤ ਕਰਕੇ ਰੱਖਣਾ, ਧਰਮ ਦੀ ਮਰਜ਼ਾਦਾ ਦੇ ਵਿੱਚ ਰਹਿਣਾ, ਤੇ ਫਿਰ ਅਨੁਭਵੀ ਗਿਆਨ ਹਿਰਦੇ ਦੇ ਅੰਦਰ ਪ੍ਰਾਪਤ ਕਰਨਾ। ਪਰ ਇਦਾਂ ਦਾ ਤਾਂ ਕੋਈ ਇਹ ਵਚਨ ਸੰਸਾਰ ਦੇ ਅੰਦਰ ਕਰਦੇ ਨਹੀਂ ਹਨ। ਮੁਸਲਮਾਨਾਂ ਸਿਫਤ ਸ਼ਰੀਅਤ ਕੇਵਲ ਕਹਿੰਦੇ ਕਿ ਇਹ ਸ਼ਰਅ ਦੀਆਂ ਹੀ ਹਰ ਸਮੇਂ ਸਿਫਤਾਂ ਕਰਦੇ ਰਹਿੰਦੇ ਹਨ ਕਿ ਸੁਨਨਤ ਕਰਨੀ ਇਹ ਇਸਲਾਮ ਦਾ ਧਰਮ ਹੈ। ਫਿਰ ਸਾਧ ਸੰਗਤ ਜੀ ਜਿਹੜਾ ਇਸਤਰੀ ਹੈ, ਜੋ ਬੀਬੀਆਂ ਹਨ, ਉਹਨਾਂ ਦਾ ਹਰ ਸਮੇਂ ਮੁੱਖ ਕੱਜ ਕਰਕੇ ਰੱਖਣਾ, ਉਹਨਾਂ ਨੂੰ ਨਮਾਜ਼ ਪੜ੍ਹਨ ਦੇ ਵਾਸਤੇ ਨਾਲ ਨਹੀਂ ਲੈ ਕਰਕੇ ਜਾਣਾ ਕਰਦੇ। ਮਸਜਿਦ ਦੇ ਵਿੱਚ ਨਾਲ ਨਹੀਂ ਲੈ ਕਰਕੇ ਜਾਣ ਦੀ ਉਹਨਾਂ ਦੀ ਮਰਜ਼ਾਦਾ।
ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਸ਼ਰਅ ਦੀਆਂ ਆਪ ਸਿਫਤਾਂ ਕਰਦੇ ਰਹਿੰਦੇ ਹੋ, ਇਹ ਕਿੰਨਾ ਸੰਸਾਰ ਦੇ ਅੰਦਰ ਸ਼ਰਅ ਦਾ ਹੀ ਤੁਸੀਂ ਬੋਲ ਬਾਲਾ ਕਰਦੇ ਹੋ। ਪੜ ਪੜ ਕਰਹਿ ਵਿਚਾਰ। ਤੇ ਫਿਰ ਜੋ ਮੁਹੰਮਦ ਸਾਹਿਬ ਦੇ ਜਿਹੜੇ ਬਚਨ ਹਨ ਉਹਨਾਂ ਨੂੰ ਪੜ ਪੜ ਕਰਕੇ ਉਹਨਾਂ ਦੀਆਂ ਵਿਚਾਰਾਂ ਕਰਦੇ ਹੋ। ਕਿੰਨੇ ਕਿੰਨੇ ਉਹਨਾਂ ਦੇ ਅੰਦਰ ਦੇ ਕਰਮ ਕਾਂਡ ਕਰ ਕਰਕੇ ਦੱਸਦੇ ਹੋ ਕਿ ਇਵੇਂ ਕਰਮ ਕਾਂਡ ਕਰਨਾ ਚਾਹੀਦਾ ਹੈ, ਇਵੇਂ ਸੰਸਾਰ ਦੇ ਅੰਦਰ ਕਰਮ ਕਾਂਡ ਕਰਨਾ ਚਾਹੀਦਾ ਹੈ। ਆਪ ਤਾਂ ਜੀਵਨ ਵਿੱਚ ਕਦੇ ਤੁਸੀਂ ਧਾਰਨ ਨਹੀਂ ਕਰਿਆ, ਆਪ ਤਾਂ ਨਹੀਂ ਨਾ ਕਦੇ ਵੀ ਜ਼ਿੰਦਗੀ ਵਿੱਚ ਧਾਰਨ ਕੀਤਾ। ਇਉਂ ਪੜ ਕਰਕੇ ਸੰਸਾਰ ਦੇ ਅੰਦਰ ਹੀ ਵਿਚਾਰਾਂ ਸੁਣਾਉਂਦੇ ਹੋ ਤੇ ਫਿਰ ਸ਼ਰਨ ਦੀਆਂ ਹਰ ਸਮੇਂ ਸਿਫਤਾਂ ਗਾਉਣਾ ਕਰਦੇ ਹੋ। ਬੰਦੇ ਸੇਜੇ ਪਵਹਿ ਵਿੱਚ ਬੰਦੀ। ਤੇ ਸਤਿਗੁਰੂ ਜੀ ਨੂੰ ਫਿਰ ਬੇਨਤੀ ਕੀਤੀ ਹੈ, ਹੇ ਮਹਾਰਾਜ ਜੀ, ਸੱਚਾ ਮੁਸਲਮਾਨ ਕਿਸ ਨੂੰ ਕਹਿਣਾ ਚਾਹੀਦਾ? ਤੇ ਹਜੂਰ ਕਹਿੰਦੇ ਹਨ, ਬੰਦੇ ਸੇਜੇ ਪਵਹਿ ਵਿੱਚ ਬੰਦੀ। ਅਸਲ ਉਹ ਸੱਚਾ ਬੰਦਾ ਹੈ, ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਭਾਵੇਂ ਕਿਸੇ ਵੀ ਮਜ਼ਹਬ ਨੂੰ ਧਾਰਨ ਕਰਨ ਵਾਲਾ ਹੈ। ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਨਾ ਉਹ ਅਸਲ ਦੇ ਵਿੱਚ ਬੰਦਾ ਹੈ, ਨਹੀਂ ਤਾਂ ਫਿਰ ਗੱਗੇ ਅੱਖਰ ਦੇ ਨਾਲ ਹੀ ਜਾਣਿਆ ਜਾਂਦਾ। ਉਹਨੂੰ ਤਾਂ ਸੰਸਾਰ ਦੇ ਅੰਦਰ ਗੰਦਗੀ ਕਰਕੇ ਜਾਣਦੇ ਹਨ, ਜਿਹੜਾ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ। ਵਾਹਿਗੁਰੂ ਦੀ ਬੰਦਗੀ ਤੋਂ ਹੀਣਾ ਹੈ, ਖੁਦਾ ਦੀ ਇਬਾਦਤ ਨਹੀਂ ਕਰਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਉਹਨੂੰ ਅਸਲ ਬੰਦਾ ਨਹੀਂ ਕਿਹਾ ਜਾ ਸਕਦਾ। ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਪਰਮਾਤਮਾ ਦੀ ਬੰਦਗੀ ਦੇ ਵਿੱਚ ਪੈ ਗਏ ਹਨ। ਬੰਦਗੀ ਦਾ ਰਸਤਾ ਜਿਨ੍ਹਾਂ ਨੇ ਧਾਰਨ ਕਰ ਲਿਆ ਹੈ, ਜਿਨ੍ਹਾਂ ਨੇ ਪਰਮਾਰਥ ਦੇ ਰਸਤੇ ਤੇ ਆਪਣੇ ਚਿੱਤ ਬਿਰਤੀ ਨੂੰ ਤੋੜ ਲਿਆ ਹੈ, ਚਿੱਤ ਕਰਕੇ ਪ੍ਰੇਮਾ ਭਗਤੀ ਦੇ ਮਾਰਗ ਤੇ ਤੋਂ ਚੱਲ ਪਏ ਹਨ। ਮਹਾਰਾਜ ਕਹਿੰਦੇ ਉਹੋ ਹੀ ਅਸਲ ਦੇ ਵਿੱਚ ਬੰਦੇ ਕਹੀਦੇ ਹਨ। ਉਹ ਭਾਵੇਂ ਹਿੰਦੂ ਭਾਵੇਂ ਮੁਸਲਮਾਨ ਹੈ, ਉਸੇ ਨੂੰ ਸੱਚਾ ਕਹੀਦਾ ਹੈ। ਵੇਖਣ ਕਉ ਦੀਦਾਰ। ਤੇ ਜਿਸ ਦੇ ਮਨ ਦੇ ਅੰਦਰ ਪ੍ਰਮਾਤਮਾ ਦੇ ਸਰੂਪ ਨੂੰ ਦੇਖਣ ਦੀ, ਦੀਦਾਰ ਕਰਨੇ ਦੀ, ਦਰਸ਼ਨਾਂ ਦੀ ਮਨ ਦੇ ਅੰਦਰ ਤਾਂਘ ਪੈਦਾ ਹੋ ਰਹੀ ਹੈ, ਹਜੂਰ ਕਹਿੰਦੇ ਹਨ ਉਹ ਅਸਲ ਦੇ ਵਿੱਚ ਸੱਚਾ ਬੰਦਾ ਹੈ। ਇਹ ਸਤ ਸੰਗਤ ਜੀ ਐਸੀ ਦਾਤ ਅਕਾਲ ਪੁਰਖ ਪਰਮੇਸ਼ਰ ਦੀ ਮਿਹਰ ਦੇ ਨਾਲ ਹੀ ਜੀਵਨ ਦੇ ਵਿੱਚ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਮਨੁੱਖ ਸਰੀਰਾਂ ਦੇ ਮੋਹ ਦੇ ਵਿੱਚ ਹੀ ਹਰ ਸਮੇਂ ਵੱਜਾ ਰਹਿੰਦਾ ਹੈ, ਪਦਾਰਥਾਂ ਦੀ ਮਮਤਾ ਦੇ ਵਿੱਚ ਹਰ ਸਮੇਂ ਆਪਣੇ ਆਪ ਨੂੰ ਬੰਨ੍ਹ ਕੇ ਰੱਖਦਾ ਹੈ। ਕਦੇ ਇਹ ਸੰਸਾਰ ਦੇ ਜੰਜਾਲ ਤੋਂ ਉਪਰਾਮ ਹੋ ਹੀ ਨਹੀਂ ਸਕਦਾ ਜਦੋਂ ਸਤਿਗੁਰੂ ਜੀ ਦੀ ਜਦੋਂ ਤੱਕ ਕਿਰਪਾ ਨਹੀਂ ਪ੍ਰਾਪਤ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁੱਖ ਵਾਕ ਹੈ, ਬੰਦੀ ਅੰਦਰ ਸਿਫਤ ਕਰਾਏ ਤਾ ਕਉ ਕਹੀਐ ਬੰਦਾ। ਪਰਮਾਤਮਾ ਇਹ ਮਾਇਆ ਰੂਪ ਬੰਦੀ ਦੇ ਵਿੱਚ ਰੱਖ ਕਰਕੇ, ਸੰਸਾਰ ਦੇ ਜੰਜਾਲਾਂ ਵਿੱਚ ਰੱਖ ਕੇ ਜਿਹਦੇ ਤੋਂ ਆਪਣੀ ਸਿਫਤ ਕਰਾ ਲੇ ਉਹਨੂੰ ਮਹਾਰਾਜ ਕਹਿੰਦੇ ਬੰਦਾ ਕਹੀਦਾ ਹੈ। ਉਹ ਅਸਲ ਦੇ ਵਿੱਚ ਬੰਦਾ ਅਖਵਾਉਣ ਦੇ ਯੋਗ ਹੈ, ਜਿਹੜਾ ਸੰਸਾਰ ਦੀ ਮੋਹ ਮਮਤਾ ਵਿੱਚ ਰਹਿ ਕੇ ਵੀ ਕਦੇ ਪਰਮੇਸ਼ਰ ਨੂੰ ਭੁਲਾਉਂਦਾ ਨਹੀਂ ਹੈ। ਜੀਵਨ ਪਰਯੰਤ ਪ੍ਰਮਾਤਮਾ ਦਾ ਸਵਾਸ ਸਿਮਰਨ ਕਰਦਾ ਰਹਿੰਦਾ ਹੈ, ਕਮਲ ਦੀ ਤਰ੍ਹਾਂ ਨਿਰਲੇਪ ਜੀਵਨ ਨਿਰਵਾਹ ਕਰਦਾ ਹੈ। ਜਿੰਨੇ ਮਰਜੀ ਸੰਸਾਰ ਦੇ ਅੰਦਰ ਪਦਾਰਥਾਂ ਰੂਪੀ ਸੁਖ ਪ੍ਰਾਪਤ ਹੋ ਜਾਣ, ਇਹ ਸੁਖਾਂ ਰੂਪੀ ਪਾਣੀ ਜਿੰਨਾ ਮਰਜੀ ਜੀਵਨ ਦੇ ਵਿੱਚ ਆ ਜਾਂਦਾ, ਪਰ ਪਰਮੇਸ਼ਰ ਨੂੰ ਕਦਾਚਿਤ ਵੀ ਵਿਸਾਰਦਾ ਨਹੀਂ ਹੈ। ਮਹਾਰਾਜ ਕਹਿੰਦੇ ਆਪਣੇ ਚਿੱਤ ਬਿਰਤੀ ਨੂੰ ਕਦੇ ਵੀ ਸੰਸਾਰ ਦੇ ਅੰਦਰ ਭਿੱਜਣ ਨਹੀਂ ਦਿੰਦਾ, ਨਿਰਲੇਪ ਜੀਵਨ ਨਿਰਵਾਹ ਕਰਦਾ, ਉਹਨੂੰ ਅਸਲ ਦੇ ਵਿੱਚ ਬੰਦਾ ਕਹੀਦਾ ਹੈ। ਤੇ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਵੇਖਣ ਕਉ ਦੀਦਾਰ। ਹੇ ਜੀਵ, ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਦੇ ਦੀਦਾਰ ਕਰਨ ਦੀ ਮਨ ਦੇ ਅੰਦਰ ਤਾਂਘ ਹੈ, ਉਤਸ਼ਾਹ ਹੈ, ਉਹਨੂੰ ਅਸਲ ਦੇ ਵਿੱਚ ਬੰਦਾ ਕਹੀਦਾ ਹੈ। ਔਰ ਇਸੇ ਪ੍ਰਕਾਰ ਅੰਤਰੀ ਭਾਵ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਮੁਸਲਮਾਨਾਂ ਸਿਫਤ ਸ਼ਰੀਅਤ ਕਹਿੰਦੇ ਹਨ ਕਿ ਇਹ ਜਿਹੜਾ ਸੰਸਾਰ ਦੇ ਅੰਦਰ ਪਰਮੇਸ਼ਰ ਨੇ ਪੰਜ ਤੱਤਾਂ ਦਾ ਸਰੀਰ ਦਿੱਤਾ ਹੈ, ਇਹ ਜਾਣੋ ਕਿ ਮੁਸਲ ਭਾਵ ਪੰਜ ਤੱਤਾਂ ਰੂਪੀ ਮੂਸਲ ਬਣਿਆ ਹੋਇਆ। ਜਿਵੇਂ ਮੂਸਲ ਬਣਿਆ ਹੁੰਦਾ ਨਾ, ਤੂੜੀ ਦੇ ਮੂਸਲ ਬਣਾਏ ਜਾਂਦੇ ਆ, ਬੰਨੇ ਜਾਂਦੇ ਆ ਨਾ, ਉਹਦੇ ਵਿੱਚ ਤੂੜੀ ਨੂੰ ਬੰਨਿਆ ਜਾਂਦਾ ਹੈ ਤੇ ਉਹਦਾ ਮਾਣ ਕਿੰਨਾ ਕੁ ਚਿਰ ਕੀਤਾ ਜਾ ਸਕਦਾ? ਬਹੁਤਾ ਚਿਰ ਤਾਂ ਨਹੀਂ ਨਾ ਟਿਕਦਾ, ਥੋੜੇ ਸਮੇਂ ਬਾਅਦ ਹੀ ਗਲਣਾ ਸ਼ੁਰੂ ਹੋ ਜਾਂਦਾ ਜਦੋਂ ਬਰਸਾਤਾਂ ਪੈਣ ਲੱਗ ਪੈਂਦੀਆਂ ਨੇ।
ਇਸੇ ਤਰ੍ਹਾਂ ਸਾਧ ਸੰਗਤ ਜੀ, ਜਦੋਂ ਕਾਲ ਦੀ ਬਰਸਾਤ ਆਉਂਦੀ ਹੈ ਨਾ, ਸਰੀਰ ਰੂਪੀ ਮੂਸਲ ਵੀ ਢਹਿਣਾ ਸ਼ੁਰੂ ਹੋ ਜਾਂਦਾ ਹੈ। ਉਮਰ ਦੇ ਲਿਹਾਜ਼ ਨਾਲ ਇੰਦਰੀਆਂ ਦਾ ਬਲ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਿਵੇਂ ਸਵਾਸ ਬੀਰਦੇ ਜਾਂਦੇ ਹਨ, ਲੰਘਦੇ ਜਾਂਦੇ ਹਨ, ਸਰੀਰ ਰੂਪੀ ਮੂਸਲ ਵੀ ਢਹਿਣਾ ਸ਼ੁਰੂ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ, ਮੁਸਲਮਾਨ ਇਹ ਸਰੀਰ ਰੂਪੀ ਮੂਸਲ ਦਾ ਕਾਹਦਾ ਮਾਣ ਕਰਨਾ ਹੈ, ਕਾਹਦਾ ਹੰਕਾਰ ਕਰਨਾ ਹੈ? ਕਿਹਦਾ ਸਦਾ ਰਹਿਣ ਵਾਲਾ ਹੈ? ਇਹ ਸਦੀਵੀ ਕਾਲ ਵਾਸਤੇ ਬਰਕਰਾਰ ਰਹਿਣ ਵਾਲਾ ਨਹੀਂ, ਤੇ ਫਿਰ ਇਹਦਾ ਕਾਹਦਾ ਮਾਣ ਕਰੀ ਜਾਂਦਾ ਹੈ? ਔਰ ਹਜੂਰ ਕਹਿੰਦੇ ਹਨ, ਹੇ ਜੀਵ, ਜੇ ਅਕਾਲ ਪੁਰਖ ਪ੍ਰਮਾਤਮਾ ਦੀ ਸਿਫਤਾਂ ਕਰੇ ਨਾ, ਵਾਹਿਗੁਰੂ ਦੀ ਬੰਦਗੀ ਕਰਨਾ ਕਰੇ, ਤਾਂ ਫਿਰ ਸੰਸਾਰ ਦੇ ਵਿੱਚ ਆਇਆ ਹੋਇਆ ਤੇਰਾ ਸਫਲਾ ਹੋ ਸਕਦਾ ਹੈ। ਉਸੇ ਨੂੰ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਬੰਦਾ ਕਹੀਦਾ ਜੋ ਵਾਹਿਗੁਰੂ ਦੀ ਬੰਦਗੀ ਕਰਦਾ ਹੈ, ਜਿਸ ਦੇ ਮਨ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦਾ ਉਤਸ਼ਾਹ ਹੈ, ਵਾਹਿਗੁਰੂ ਦੇ ਦੀਦਾਰ ਕਰਨੇ ਦਾ ਮਨ ਦੇ ਵਿੱਚ ਚਾਉ ਪੈਦਾ ਹੋ ਗਿਆ ਹੈ। ਹਿੰਦੂ ਸਾਲਾਹੀ ਸਾਲਾਹਨ। ਫਿਰ ਸੰਸਾਰ ਦੇ ਅੰਦਰ ਜਿਹੜੇ ਹਿੰਦੂ ਮਤ ਨੂੰ ਮੰਨਣ ਵਾਲੇ ਹਿੰਦੂ ਹਨ, ਉਹ ਆਪਣੀਆਂ ਸੰਸਾਰ ਦੇ ਅੰਦਰ ਜੋ ਹਿੰਦੂ ਮਤ ਦੇ ਗ੍ਰੰਥ ਹਨ, ਉਹਨਾਂ ਦੀ ਹਰ ਸਮੇਂ ਸਲਾਹੁਣਾ ਕਰਦੇ ਹਨ। ਹਿੰਦੂ ਸਾਲਾਹੀ ਸਾਲਾਹਨ, ਉਹ ਆਪਣੀਆਂ ਜੋ ਧਾਰਮਿਕ ਗ੍ਰੰਥ ਹਨ, ਉਹਨਾਂ ਦੁਆਰਾ ਹੀ ਸੰਸਾਰ ਦੇ ਅੰਦਰ ਬਹੁਤ ਹੀ ਸਲਾਹੁਣਾ ਕਰਦੇ ਹਨ। ਦਰਸ਼ਨ ਰੂਪ ਅਪਾਰ। ਤੇ ਫਿਰ ਅਪਾਰ ਬਹੁਤ ਸਾਰੇ, ਕੋਈ ਸਾਧ ਸੰਗਤ ਜੀ ਕਿਸੇ ਦੀ ਚਿੱਤਰਕਾਰੀ ਬਣਾ ਲੈਂਦਾ, ਕਿਸੇ ਦੀ ਬੁੱਤ ਬਣਾ ਕਰਕੇ ਪੂਜਾ ਕਰਦਾ ਹੈ, ਕੋਈ ਸ਼੍ਰੀ ਰਾਮਚੰਦਰ ਜੀ ਦੀ, ਕੋਈ ਗਣੇਸ਼ ਜੀ ਦੀ, ਔਰ ਇਸ ਪ੍ਰਕਾਰ ਕੋਈ ਸ਼ਿਵ ਜੀ ਦੀ, ਕੋਈ ਵਿਸ਼ਨੂੰ ਦੀ, ਕੋਈ ਕ੍ਰਿਸ਼ਨ ਜੀ ਦੀਆਂ ਮੂਰਤੀਆਂ ਬਣਾ ਕਰਕੇ ਉਹਨਾਂ ਦੇ ਆਕਾਰ, ਉਹਨਾਂ ਦੇ ਰੂਪਾਂ ਨੂੰ ਹਰ ਸਮੇਂ ਤੱਕ ਰਹਿੰਦਾ ਕਿ ਇਹੋ ਹੀ ਸਾਡਾ ਭਗਵਾਨ ਹੈ। ਉਹ ਮੰਦਿਰ ਤੋਂ ਬਾਹਰ ਪਰਮੇਸ਼ਰ ਨੂੰ ਜਾਣਦੇ ਨਹੀਂ ਹਨ ਕਿ ਮੰਦਿਰ ਦੇ ਵਿੱਚ ਹੀ ਕੇਵਲ ਪਰਮਾਤਮਾ ਹੈ। ਤੇ ਸਾਧ ਸੰਗਤ ਜੀ, ਗਰੀਬ ਨਵਾਜ ਹਜੂਰ ਦਾ ਜੋ ਗੁਰਮਤਿ ਦਾ ਸਿਧਾਂਤ ਹੈ ਨਾ, ਸੰਸਾਰ ਦੇ ਨਾਲੋਂ ਵੱਖਰਾ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇੱਕ ਵਾਰ ਨਹੀਂ ਬੇਅੰਤ ਵਾਰ ਅਜਿਹੇ ਬਚਨ ਉਚਾਰਨ ਕੀਤੇ ਹਨ ਕਿ ਪਰਮਾਤਮਾ ਸਰਬ ਵਿਆਪਕ ਹੈ। ਕਿਉਂਕਿ ਕਿਸੇ ਨੇ ਪੱਛਮ ਦੀ ਦਿਸ਼ਾ ਵਿੱਚ ਮੰਨਿਆ ਕਿ ਪਰਮਾਤਮਾ ਕੇਵਲ ਪੱਛਮ ਦੀ ਦਿਸ਼ਾ ਵੱਲ ਹੈ, ਕਿਸੇ ਨੇ ਪੂਰਬ ਦੀ ਦਿਸ਼ਾ ਵੱਲ ਮੰਨਿਆ ਕਿ ਕੇਵਲ ਪਰਮਾਤਮਾ ਪੂਰਬ ਦੀ ਦਿਸ਼ਾ ਵੱਲ ਹੈ। ਪਰ ਪੱਛਮ ਅੱਲਹ ਮੁਕਾਮਾ, ਇਹ ਮੁਕਾਮ ਮੰਨ ਲਿਆ ਕਿ ਕੇਵਲ ਪੱਛਮ ਦੀ ਦਿਸ਼ਾ ਵੱਲ ਹੀ ਹੈ। ਪਰ ਹਜੂਰ ਕਹਿੰਦੇ ਪਰਮਾਤਮਾ ਤਾਂ ਸਰਬ ਵਿਆਪਕ ਹੈ। ਜਹ ਜਹ ਪੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ। ਉਹ ਵਾਹਿਗੁਰੂ ਨੂੰ ਕਦੇ ਵੀ ਦੂਰ ਨਹੀਂ ਸਮਝਣਾ ਚਾਹੀਦਾ ਹੈ। ਸਭ ਦਿਸ਼ਾਵਾਂ ਤੇ ਹੈ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਭ ਥਾਵਾਂ ਤੇ ਪਰਮੇਸ਼ਰ ਦਾ ਹੀ ਬਲ ਵਰਤ ਰਿਹਾ ਹੈ। ਉਸ ਪਰਮਾਤਮਾ ਤੋਂ ਬਿਨਾਂ ਕੋਈ ਦੂਜੀ ਸ਼ਕਤੀ ਨਹੀਂ ਹੈ ਜਿਹੜੀ ਸੰਸਾਰ ਦੇ ਅੰਦਰ ਜੀਵਾਂ ਨੂੰ ਚਲਾ ਰਹੀ ਹੈ, ਪਰਵਰਿਸ਼ ਕਰ ਰਹੀ ਹੈ। ਪਰਮਾਤਮਾ ਤੋਂ ਬਿਨਾਂ ਕੋਈ ਵੀ ਦੂਜਾ ਜਗਤ ਅੰਦਰ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਹਜੂਰ ਕਹਿੰਦੇ ਹਨ, ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ। ਦਰਸ਼ਨ ਕਿੱਦਾਂ ਕਰਦੇ ਆ? ਉਹ ਅਪਾਰ ਬਹੁਤ ਸਾਰੇ ਪ੍ਰਕਿਰਤੀ ਦੀਆਂ ਮੂਰਤੀਆਂ ਬਣਾ ਕਰਕੇ ਕਰ ਰਹੇ ਹਨ। ਤੀਰਥ ਨਾਵਹਿ ਅਰਚਾ ਪੂਜਾ। ਤੇ ਫਿਰ ਤੀਰਥਾਂ ਤੇ ਇਸ਼ਨਾਨ ਕਰਨਾ ਹੀ ਕੇਵਲ ਜੀਵਨ ਦੀ ਸਫਲਤਾ ਮੰਨਦੇ ਹਨ। 68 ਤੀਰਥ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਪ੍ਰਮੁੱਖ ਮੰਨੇ ਐ, ਹੋਵੇ ਤਾਂ ਬੇਅੰਤ ਸੰਸਾਰ ਦੇ ਅੰਦਰ ਤੀਰਥ ਹਨ, ਪਰ ਕੇਵਲ 68 ਤੀਰਥ ਜਿਹੜੇ ਪ੍ਰਮੁੱਖ ਮੰਨੇ ਹਨ। ਤੇ ਮਹਾਰਾਜ ਕਹਿੰਦੇ ਨਾ ਤੀਰਥਾਂ ਤੇ ਇਸ਼ਨਾਨ ਕਰਨਾ ਹੀ ਕੇਵਲ ਜੀਵਨ ਦੀ ਸਫਲਤਾ ਨਹੀਂ ਹੋ ਸਕਦੀ। ਜਦੋਂ ਤੱਕ ਪਰਮੇਸ਼ਰ ਦਾ ਭਜਨ ਨਹੀਂ ਕੀਤਾ ਜਾਂਦਾ, ਜਦੋਂ ਤੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਦੇ ਵੀ ਮਨੁੱਖ ਦਾ ਜੀਵਨ ਸਫਲ ਨਹੀਂ ਹੋ ਸਕਦਾ। ਸਤਿਗੁਰੂ ਜੀ ਦਾ ਮੁੱਖ ਵਾਕ ਅਸੀਂ ਪੜ੍ਹਦੇ ਹਾਂ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੇ ਇੱਥੇ ਸਾਧ ਸੰਗਤ ਜੀ ਇਹ ਵਿਚਾਰ ਇਹ ਨਹੀਂ ਸਮਝ ਲੈਣੀ ਕਿ ਜਿਹੜੇ ਸਤਿਗੁਰੂ ਜੀ ਦੇ ਇਤਿਹਾਸਕ ਪਾਵਨ ਅਸਥਾਨ ਹਨ, ਸਰੋਵਰ ਹਨ, ਜਿਨ੍ਹਾਂ ਤੀਰਥਾਂ ਤੇ ਜਾ ਕਰਕੇ ਬੜੇ ਭਾਵਨਾ ਸ਼ਰਧਾ ਦੇ ਨਾਲ ਅਸੀਂ ਇਸ਼ਨਾਨ ਕਰਦੇ ਹਾਂ, ਉਹਨਾਂ ਤੇ ਇਸ਼ਨਾਨ ਕਰਨੇ ਦਾ ਕੋਈ ਲਾਭ ਨਹੀਂ। ਲਾਭ ਹੈ, ਬਹੁਤ ਸਾਰਾ ਲਾਭ ਹੈ। ਕਿਉਂਕਿ ਜਿਵੇਂ ਸਤਿਗੁਰੂ ਜੀ ਨੇ ਵਚਨ ਉਚਾਰਨ ਕੀਤੇ ਆ ਨਾ, ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ।
ਸਾਰੇ ਜਿਹੜੇ ਕਮਾਏ ਹੋ ਪਾਪ ਉਤਰ ਜਾਂਦੇ ਹਨ। ਰਾਮਦਾਸ ਸਰੋਵਰ ਨੀਕਾ, ਜੋ ਨਾਵੇ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਜੀਵਾਂ ਦਾ ਉਧਾਰ ਹੋ ਜਾਂਦਾ ਹੈ। ਪਰ ਇਹ ਵੈ ਕਿ ਸਤਿਗੁਰੂ ਜੀ ਦੀ ਮੱਤ ਨੂੰ ਵੀ ਜੀਵਨ ਦੇ ਵਿੱਚ ਨਾਲ ਨਾਲ ਧਾਰਨ ਕਰੇ ਤਾਂ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ। ਨਹੀਂ ਤਾਂ ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀ ਅਸ ਹੋਰ। ਮਹਾਰਾਜ ਕਹਿੰਦੇ ਹਨ ਕਿ ਭਾਵੇਂ ਤੀਰਥਾਂ ਤੇ ਵੀ ਇਸ਼ਨਾਨ ਕਰਦਾ, ਪਰ ਮੰਦਾ ਸੁਭਾਅ ਨਹੀਂ ਨਾ ਜੇਕਰ ਆਪਣਾ ਛੱਡਦਾ, ਪਾਪ ਕਰਮ ਕਰਨੇ ਨਹੀਂ ਛੱਡਦਾ, ਝੂਠ ਬੋਲਣ ਤੋਂ ਗੁਰੇਜ਼ ਨਹੀਂ ਕਰਦਾ, ਚੋਰੀਆਂ ਕਰਨੀਆਂ, ਛਲ ਕਰਨਾ, ਕਪਟ ਕਰਨਾ, ਇਹ ਔਗਣਾਂ ਦਾ ਤਿਆਗ ਨਹੀਂ ਕਰਦਾ, ਤੇ ਫਿਰ ਭਾਵੇਂ ਤੀਰਥਾਂ ਤੇ ਵੀ ਇਸ਼ਨਾਨ ਕਰੇ ਜਾਵੇ, ਫਿਰ ਤਾਂ ਸਗੋਂ ਕਈ ਗੁਣਾ ਵੱਧ ਮੈਲ ਲੱਗਦੀ ਹੈ। ਫਿਰ ਹਿਰਦਾ ਤਾਂ ਪਵਿੱਤਰ ਹੋਣਾ ਦੂਰ ਰਿਹਾ, ਹੋਰ ਵੀ ਕਈ ਗੁਣਾ ਵੱਧ ਪਾਪ ਕਰਮਾਂ ਦੀ ਮੈਲ ਲਾ ਕਰਕੇ ਆ ਜਾਂਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਹੇ ਗੁਰਸਿੱਖੋ ਤੀਰਥ ਨਾਵਹਿ ਅਰਚਾ ਪੂਜਾ। ਕਹਿੰਦੇ ਕਿ ਹਿੰਦੂ ਮਤ ਦੇ ਅਨੁਸਾਰ ਉਹ ਤੀਰਥਾਂ ਤੇ ਇਸ਼ਨਾਨ ਕਰਦੇ ਆ, ਫਿਰ ਇਸੇ ਪ੍ਰਕਾਰ ਅਰਚਾ ਕਹਿੰਦੇ ਨੇ ਸਾਧ ਸੰਗਤ ਜੀ ਲੇਪਨ ਕਰਨੇ ਨੇ, ਫਿਰ ਪੂਜਾ ਕਰਦੇ ਹਨ। ਇਸ ਪ੍ਰਕਾਰ ਕਿੰਨੇ ਕਿੰਨੇ ਦਾ ਦੇ ਇਹ ਸਾਧ ਸੰਗਤ ਪੂਜਾ ਕਰਨੀ, ਅਰਚਾ ਬੰਦਨ ਕਰਦੇ ਹਨ। ਅਗਰ ਵਾਸ ਬਹਿਕਾਰ, ਅਗਰ ਨਾਮ ਸੁਗੰਧੀ ਦਾ ਹੈ। ਸੁਗੰਧੀ ਦਾਇਕ ਜਿਹੜੇ ਕੋਈ ਲੱਕੜਾਂ ਹਨ, ਕੋਈ ਫਲ ਆਦਿਕ ਹਨ, ਫੁੱਲ ਹਨ, ਉਹਨਾਂ ਦੀ ਸੁਗੰਧੀ ਤੋਂ ਮਾਣਦੇ ਰਹਿੰਦੇ ਆ, ਤੇ ਜਾਂ ਫਿਰ ਲਿਆ ਕਰਕੇ ਸਾਧ ਸੰਗਤ ਜੀ ਮੂਰਤਾਂ ਦੇ ਸਾਹਮਣੇ ਲਿਆ ਕੇ ਰੱਖ ਦਿੰਦੇ ਹਨ। ਅਗਰ ਵਾਸ ਬਹਿਕਾਰ, ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਅੰਤਰੀ ਭਾਵ ਦੇ ਵਿੱਚ ਵੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ ਕਿ ਕਿਉਂਕਿ ਫਾਰਸੀ ਦੇ ਵਿੱਚ ਹਿੰਦੂ ਚੋਰ ਨੂੰ ਕਿਹਾ ਜਾਂਦਾ ਸਾਧ ਸੰਗਤ ਜੀ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਜਿਹੜੇ ਸੰਸਾਰ ਦੇ ਅੰਦਰ ਹਿੰਦੂ ਸਾ ਲਾਹੀ ਸਾ ਲਾਹਨ। ਫਿਰ ਨਾਲ ਨਾਲ ਸਿੱਖ ਬੇਨਤੀ ਵੀ ਕਰੀ ਜਾਂਦੇ ਨੇ, ਮਹਾਰਾਜ ਫਿਰ ਹਿੰਦੂ ਕਿਹੜਾ ਸੱਚਾ ਹੁੰਦਾ? ਕਹਿੰਦੇ ਹਨ ਕਿ ਸਲਾਹੁਣੇ ਜੋਗ ਜੋ ਪਰਮਾਤਮਾ ਦੀ ਸਲਾਹ ਕਰਦਾ ਹੈ ਨਾ, ਇਕੱਲਾ ਮੰਦਿਰ ਦੇ ਵਿੱਚ ਨਹੀਂ ਰੱਬ ਨੂੰ ਮੰਨਦਾ, ਇਕੱਲਾ ਮੂਰਤੀ ਦੇ ਵਿੱਚ ਹੀ ਪਰਮੇਸ਼ਰ ਨੂੰ ਨਹੀਂ ਮੰਨਦਾ, ਹਰ ਥਾਂ ਤੇ ਸਰਬ ਵਿਆਪਕ ਪਰਮੇਸ਼ਰ ਨੂੰ ਜਾਣ ਕਰਕੇ ਮਨ ਦੇ ਵਿੱਚ ਭਾਵਨਾ ਬਣਾ ਕੇ, ਸ਼ਰਧਾ ਬਣਾ ਕਰਕੇ ਪਰਮੇਸ਼ਰ ਨੂੰ ਚੇਤੇ ਕਰਦਾ। ਹਿੰਦੂ ਸਾ ਲਾਹੀ ਸਾ ਲਾਹਨ, ਸਲਾਹੁਣੇ ਜੋਗ ਪ੍ਰਮਾਤਮਾ ਦੀਆਂ ਜਿਹੜੇ ਸਿਫਤਾਂ ਕਰਦਾ ਹੈ, ਸਲਾਹੁਣਾ ਕਰਦਾ ਹੈ। ਦਰਸ਼ਨ ਰੂਪ ਪਾਰ, ਤੇ ਜਿਹੜਾ ਪ੍ਰਕਿਰਤੀ ਦੇ ਭਾਰਾਵਾਰ ਤੋਂ ਪਰੇ ਪਰਮੇਸ਼ਰ ਹੈ, ਉਹਦੇ ਦਰਸ਼ਨਾਂ ਦੀ ਤਾਂਘ ਰੱਖਦਾ ਮਨ ਅੰਦਰ। ਹੇ ਪ੍ਰਮਾਤਮਾ ਮੈਨੂੰ ਦੀਦਾਰ ਬਖਸ਼ਿਸ਼ ਕਰੋ, ਹੇ ਅਕਾਲ ਪੁਰਖ ਜੀ ਮੈਨੂੰ ਦਰਸ਼ਨਾਂ ਦੀ ਦਾਤ ਬਖਸ਼ੋ। ਮਹਾਰਾਜ ਕਹਿੰਦੇ ਅਪਾਰ, ਜਿਸ ਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪੈਂਦਾ, ਪ੍ਰਕਿਰਤੀ ਵਿੱਚ ਹੁੰਦਾ ਹੋਇਆ ਵੀ ਪ੍ਰਮਾਤਮਾ ਪਰੇ ਹੈ। ਉਸ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੇ ਦਰਸ਼ਨਾਂ ਵਾਸਤੇ ਮਨ ਵਿੱਚ ਤਾਂਘ ਰੱਖਦਾ ਹੈ। ਤੀਰਥ ਨਾਵਹਿ ਅਰਚਾ ਪੂਜਾ, ਅਸਲ ਕਹਿੰਦੇ ਉਹ ਸੱਚਾ ਹਿੰਦੂ ਹੈ ਜੋ ਪਰਮੇਸ਼ਰ ਦੇ ਦਰਸ਼ਨਾਂ ਦੀ ਮਨ ਵਿੱਚ ਤਾਂਘ ਬਣਾ ਕਰਕੇ ਰੱਖਦਾ ਹੈ। ਫਿਰ ਅੱਗੇ ਉਪਦੇਸ਼ ਦਿੰਦੇ ਨੇ, ਤੀਰਥ ਨਾਵਹਿ ਅਰਚਾ ਪੂਜਾ। ਸਤ ਸੰਗਤ ਰੂਪੀ ਤੀਰਥ ਤੇ ਆ ਕਰਕੇ ਇਸ਼ਨਾਨ ਕਰਦਾ। ਪਰਮੇਸ਼ਰ ਦੇ ਨਾਮ ਰੂਪੀ ਤੀਰਥ ਤੇ ਇਹ ਜੀਵਾ ਤੂੰ ਇਸ਼ਨਾਨ ਕਰਨਾ ਕਰ, ਮਨ ਦਾ ਇਸ਼ਨਾਨ ਕਰਾਉਣਾ ਕਰ, ਮਨ ਨੂੰ ਪਵਿੱਤਰ ਕਰਨੇ ਦੇ ਵਾਸਤੇ। ਫਿਰ ਤੀਰਥ ਨਾਵਹਿ ਅਰਚਾ ਪੂਜਾ। ਤੇ ਸਾਧ ਸੰਗਤ ਜੀ ਪੂਜਨ ਕੀ ਹੈ? ਪੂਜਾ ਅਕਾਲ ਦੀ ਕਰਨੀ ਹੈ। ਅਰਪਣਾ ਕੀ ਹੈ? ਤਨ ਮਨ ਧਨ ਗੁਰੂ ਚਰਨਾਂ ਵਿੱਚ ਅਰਪਣ ਕਰ ਦੇਣਾ ਕਰੇ। ਅਗਰ ਵਾਸ ਵਹਿਕਾਰ, ਤੇ ਤਾਂ ਮਹਾਰਾਜ ਕਹਿੰਦੇ ਹਿਰਦੇ ਦੇ ਅੰਦਰੋਂ ਭਗਤੀ ਦੀ ਸੁਗੰਧੀ ਪ੍ਰਾਪਤ ਕਰ ਸਕਦਾ ਹੈ। ਵਹਿਕਾਰ ਤਾਂ ਵਹਿਕਦੀ ਹੈ ਪਰਮੇਸ਼ਰ ਦੇ ਨਾਮ ਦੀ ਭਗਤੀ ਦੀ ਸੁਗੰਧੀ, ਜੇ ਅਜਿਹੇ ਸ਼ੁਭ ਗੁਣਾਂ ਨੂੰ ਧਾਰਨ ਕਰਦਾ ਹੈ। ਜੋਗੀ ਸੁਨ ਧਿਆਵਨ ਜੇਤੇ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜੇ ਯੋਗ ਪੰਥ ਜਿਹੜਾ ਸੰਸਾਰ ਦੇ ਅੰਦਰ ਪ੍ਰਚਲਿਤ ਹੈ, ਯੋਗਾ ਅਭਿਆਸੀ ਜੋਗੀ ਜਨ ਹਨ। ਮਹਾਰਾਜ ਕਹਿੰਦੇ ਜੋਗੀ ਸੁਨ ਧਿਆਵਨ ਜੇਤੇ, ਜਿੰਨੇ ਵੀ ਸੰਸਾਰ ਦੇ ਜੋਗੀ ਹੈ ਨਾ, ਸੁਨ ਦਸਮ ਦਵਾਰ ਅਫੁਰ ਸਮਾਧੀ ਦੇ ਵਿੱਚ, ਅਸਲ ਦੇ ਵਿੱਚ ਅਫੁਰ ਸਮਾਧੀ ਤੇ ਉਹ ਹੁੰਦੀ ਜਿਹਦੇ ਵਿੱਚ ਕੋਈ ਫੁਰਨਾ ਨਾ ਫੁਰੇ। ਸੰਕਲਪਾਂ ਵਿਕਲਪਾਂ ਤੋਂ ਰਹਿਤ ਅਫੁਰ ਸੁਨ ਸਮਾਧੀ ਕਿਹਾ ਜਾਂਦਾ ਹੈ। ਪਰ ਜੋਗੀ ਜਨ ਦਸਮ ਦਵਾਰ ਨੂੰ ਹੀ ਸੁਨ ਸਮਾਧੀ ਮੰਨ ਲੈਂਦੇ ਹਨ।
ਸੁਨ ਸਮਾਧ ਨੂੰ ਹੀ ਕਹਿੰਦੇ ਹਨ ਕਿ ਸਾਡੇ ਦਸਮ ਦਵਾਰ ਹੀ ਸਾਡੇ ਵਾਸਤੇ ਅਫੁਰ ਸਮਾਧੀ ਹੈ। ਪਰ ਗੁਰਮਤਿ ਦੇ ਸਿਧਾਂਤ ਅਨੁਸਾਰ ਕਿਸੇ ਪ੍ਰਕਾਰ ਦਾ ਕੋਈ ਸੰਕਲਪ, ਕੋਈ ਵਿਕਲਪ, ਚੰਗਾ ਮੰਦਾ ਕੋਈ ਫੁਰਨਾ ਨਾ ਫੁਰੇ, ਉਹਨੂੰ ਅਫੁਰ ਸਮਾਧੀ ਕਿਹਾ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋਗੀ ਸੁਨ ਧਿਆਵਨ ਜੇਤੇ। ਇਹ ਜਿਹੜੇ ਯੋਗਾ ਅਭਿਆਸੀ ਜੋਗੀ ਹੈ, ਇਹ ਸਾਧ ਸੰਗਤ ਜੀ ਇਹ ਸੁਨ ਸਮਾਧੀ ਦਸਮ ਦਵਾਰ ਦੇ ਵਿੱਚ ਜਿਵੇਂ ਧਿਆਉਂਦੇ ਹਨ। ਅਲਖ ਨਾਮ ਕਰਤਾਰ। ਤੇ ਅਲਖ ਹੋ ਇਉਂ ਕਹਿੰਦੇ ਹਨ ਕਰਤਾਰ ਨੂੰ। ਪਰਮੇਸ਼ਰ ਦਾ ਨਾਮ ਰੱਖਿਆ ਅਲਖ ਹੋ ਕਹਿ ਕੇ ਧਿਆਉਂਦੇ ਹਨ। ਸੂਖਮ ਮੂਰਤ ਨਾਮ ਨਿਰੰਜਨ। ਤੇ ਫਿਰ ਕਹਿੰਦੇ ਦਸਮ ਦਵਾਰ ਦੇ ਵਿੱਚ ਇੱਕ ਉਂਗਲ ਕੋ ਜਿੰਨਾ ਭਗਵਾਨ ਦਾ ਸਰੂਪ ਮੰਨਦੇ ਹੈ। ਸੂਖਮ ਜਿੰਨਾ ਕਹਿੰਦੇ ਕਿ ਸਰੂਪ ਹੈ ਭਗਵਾਨ ਦਾ। ਕਾਇਆ ਕਾ ਆਕਾਰ। ਤੇ ਫਿਰ ਦੇਖ ਲਓ ਮਹਾਰਾਜ ਕਹਿੰਦੇ ਹਨ ਹੈ ਸ਼ੇਖ ਬ੍ਰਹਮ ਫਰੀਦ, ਉਹ ਪਰਮੇਸ਼ਰ ਨੂੰ ਵੀ ਕਹਿੰਦੇ ਹਨ ਕਿ ਕਾਇਆ ਸਰੂਪ ਹੈ। ਕਾਇਆ ਕਾ ਆਕਾਰ, ਭਗਵਾਨ ਨੂੰ ਛੋਟੇ ਜਿਹੇ ਆਕਾਰ ਦਾ ਮੰਨਦੇ ਹਨ। ਤੇ ਪਰ ਮਹਾਰਾਜ ਅੰਤਰੀ ਭਾਵ ਦੇ ਵੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਹਜੂਰ ਕਹਿੰਦੇ ਹਨ ਜੋਗੀ ਸੁਨ ਧਿਆਵਨ ਜੇਤੇ, ਕਿ ਜਿਹੜਾ ਅਸਲ ਜੋਗੀ ਹੈ ਨਾ, ਜਿਹਦੀ ਚਿਤ ਬਿਰਤੀ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਹੋਈ ਹੈ, ਹਿਰਦੇ ਹੋ ਕੇ ਪਰਮਾਤਮਾ ਦਾ ਚਿੰਤਨ ਕਰਦਾ ਹੈ, ਇੱਕ ਚਿਤ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸਿਫਤਾਂ ਗਾਉਂਦਾ ਹੈ, ਜਿਹਦੀ ਚਿਤ ਬਿਰਤੀ ਕਦੇ ਵੀ ਪਰਮਾਤਮਾ ਦੇ ਚਰਨਾਂ ਦੇ ਨਾਲੋਂ ਟੁੱਟਦੀ ਨਹੀਂ, ਉਹਨੂੰ ਜੋਗੀ ਕਿਹਾ ਜਾਂਦਾ ਹੈ। ਉਹ ਜੁੜਿਆ ਹੋਇਆ ਪਰਮਾਤਮਾ ਨੂੰ ਧਿਆਉਂਦਾ ਰਹਿੰਦਾ ਹੈ। ਤੇ ਹਜੂਰ ਕਹਿੰਦੇ ਨੇ ਜੋਗੀ ਸੁਨ ਧਿਆਵਨ ਜੇਤੇ, ਜਿੰਨੇ ਵੀ ਸੰਸਾਰ ਦੇ ਅਪੁਰ ਸਮਾਧੀ ਦੇ ਵਿੱਚ ਲੀਨ ਹੋ ਕਰਕੇ ਜੁੜੇ ਹੋਏ ਪਰਮੇਸ਼ਰ ਨੂੰ ਧਿਆਉਂਦੇ ਹਨ। ਅਲਖ ਨਾਮ ਕਰਤਾਰ। ਉਹ ਲਖਣੇ ਤੋਂ ਰਹਿਤ ਕੇਵਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਨਾਮ ਧਿਆਉਂਦੇ ਹਨ ਕਿ ਪ੍ਰਮਾਤਮਾ ਕਰਤਾਰ, ਸਾਰੇ ਸੰਸਾਰ ਦੀ ਵਾਗਡੋਰ, ਸਾਰੀ ਨੱਥ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਹੱਥਾਂ ਦੇ ਵਿੱਚ ਹੈ। ਸਾਰੀ ਸ੍ਰਿਸ਼ਟੀ ਨੂੰ ਮਹਾਰਾਜ ਤੁਸੀਂ ਆਪ ਚਲਾਉਂਦੇ ਪਏ ਹੋ। ਇਸ ਪ੍ਰਕਾਰ ਮਹਾਰਾਜ ਕਹਿੰਦੇ ਅਲਖ ਨਾਮ ਕਰਤਾਰ, ਕਿਉਂਕਿ ਸਾਧ ਸੰਗਤ ਜੀ ਲਖਣਾ ਬਿਰਤੀ ਦੁਆਰਾ ਵੀ ਪਰਮੇਸ਼ਰ ਨੂੰ ਨਹੀਂ ਲਖਿਆ ਜਾ ਸਕਦਾ। ਐਸਾ ਅਲਖ ਪਰਮਾਤਮਾ ਦਾ ਸਰੂਪ ਹੈ, ਔਰ ਅਲਖ ਸਰੂਪ ਜਾਣ ਕਰਕੇ ਪਰਮੇਸ਼ਰ ਨੂੰ ਹੀ ਸਲਾਉਂਦੇ ਹਨ। ਸੂਖਮ ਮੂਰਤ ਨਾਮ ਨਿਰੰਜਨ। ਇਹ ਮਨ ਵਿੱਚ ਭਾਵਨਾ ਬਣਾ ਕੇ ਕਿ ਪਰਮੇਸ਼ਰ ਤੁਹਾਡਾ ਨਾਮ ਨਿਰੰਜਨ, ਮਾਇਆ ਦੀ ਮੈਲ ਤੋਂ ਰਹਿਤ ਹੈ, ਸ਼ੁੱਧ ਹੈ। ਇੰਨਾ ਜ਼ਿਆਦਾ ਸੂਖਮ ਹੈ ਕਿ ਉਹਨੂੰ ਦੇਖਿਆ ਨਹੀਂ ਜਾ ਸਕਦਾ। ਜਿਵੇਂ ਸਾਧ ਸੰਗਤ ਜੀ ਆਤਮਾ ਸੂਖਮ ਹੈ ਨਾ, ਇਸੇ ਤਰ੍ਹਾਂ ਸਤਿਗੁਰੂ ਜੀ ਦਾ ਸ਼ਬਦ ਵੀ ਸੂਖਮ ਹੈ। ਆਤਮਾ ਨੂੰ ਦੇਖਿਆ ਨਹੀਂ ਜਾ ਸਕਦਾ, ਇਸੇ ਤਰ੍ਹਾਂ ਸ਼ਬਦ ਨੂੰ ਵੀ ਦੇਖਿਆ ਨਹੀਂ ਜਾ ਸਕਦਾ। ਐਸਾ ਬ੍ਰਹਮ ਪਰਮਾਤਮਾ ਦਾ ਸ਼ਬਦ ਸਰੂਪ ਹੈ। ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਨਾਮ ਨਿਰੰਜਨ, ਮਾਇਆ ਦੀ ਮੈਲ ਤੋਂ ਰਹਿਤ ਸ਼ੁੱਧ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਨਾਮ ਹੈ। ਸੂਖਮ ਮੂਰਤ, ਇੰਨਾ ਸੂਖਮ ਮਹਾਰਾਜ ਆਪ ਜੀ ਦਾ ਸਰੂਪ ਹੈ। ਇਹਨਾਂ ਪ੍ਰਤੱਖ ਨੇਤਰਾਂ ਦੇ ਨਾਲ ਉਹਨੂੰ ਦੇਖਿਆ ਨਹੀਂ ਜਾ ਸਕਦਾ। ਵਿਰਾਗ ਗਿਆਨ ਰੂਪੀ ਨੇਤਰਾਂ ਤੋਂ ਬਿਨਾਂ ਮਹਾਰਾਜ ਤੁਹਾਡੇ ਸਰੂਪ ਨੂੰ ਸਾਖਸ਼ਾਤ ਨਹੀਂ ਕੀਤਾ ਜਾ ਸਕਦਾ। ਕਾਇਆ ਕਾ ਆਕਾਰ। ਸੋ ਇਸ ਪ੍ਰਕਾਰ ਜਿੰਨੇ ਵੀ ਸੰਸਾਰ ਦੇ ਅੰਦਰ ਕਾਇਆ ਸਰੀਰ ਹਨ, ਇਹ ਜਾਣੋ ਕਿ ਸਾਰਾ ਪਰਮੇਸ਼ਰ ਦਾ ਹੀ ਸਰੂਪ ਹਨ। ਸਰਗੁਣ ਸਰੂਪ ਦੇ ਵਿੱਚ ਸਾਰੇ ਜੀਵਾਂ ਦੇ ਆਕਾਰ ਪਰਮਾਤਮਾ ਦੇ ਹਨ। ਜੋ ਦੀਸੈ ਸੋ ਤੇਰਾ ਰੂਪ, ਮਹਾਰਾਜ ਸਾਰੇ ਤੁਹਾਡੇ ਆਕਾਰ ਬਣਾਏ ਹਨ। ਸਤਿਆ ਮਨ ਸੰਤੋਖ ਉਪਜੈ। ਇੱਕ ਉਹ ਸੰਸਾਰ ਦੇ ਸਤ ਪ੍ਰਤੱਗੀ ਜੀਵ ਹਨ ਜਿਹੜੇ ਦਾਨ ਕਰਕੇ ਤੇ ਮਨ ਦੇ ਵਿੱਚ ਸੰਤੋਖ ਧਾਰਨ ਕਰਕੇ ਰੱਖਦੇ ਹਨ। ਮਹਾਰਾਜ ਹੁਣ ਦਾਨੀਆਂ ਦੇ ਬਾਬਤ ਵੀ ਦੱਸ ਰਹੇ ਹਨ, ਕਿਉਂਕਿ ਕੋਈ ਆਪਣੇ ਆਪ ਨੂੰ ਕਿੱਦਾਂ ਦਾ ਸਾਧ ਸੰਗਤ ਜੀ ਦਾਤਾ ਖਵਾਉਂਦਾ ਹੈ, ਦਾਨ ਕਰਕੇ ਕਹਿੰਦਾ ਕਿ ਮੈਂ ਇੰਨਾ ਦਾਨ ਕੀਤਾ। ਕੋਈ ਮਨ ਵਿੱਚ ਵਡਿਆਈ ਰੱਖ ਕਰਕੇ ਕਿੰਨੇ ਤਰ੍ਹਾਂ ਦੇ ਮਨ ਵਿੱਚ ਚਾਹ ਬਣਾ ਕਰਕੇ ਦਾਨ ਕਰਦਾ। ਤੇ ਹਜੂਰ ਕਹਿੰਦੇ ਹਨ ਪਹਿਲੇ ਉਹ ਹਨ ਦਾਨੀ ਜਿਹੜੇ ਸਤਿਆ ਮਨ ਸੰਤੋਖ ਉਪਜੈ। ਸਤਿਆ ਸਤ ਪ੍ਰਤੱਗੀ ਹਨ, ਸੱਚ ਸਰੂਪ ਨੂੰ ਮੰਨਣ ਵਾਲੇ ਨੇ, ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨ ਵਾਲੇ ਹਨ। ਉਹਨਾਂ ਦੇ ਮਨ ਵਿੱਚ ਸੰਤੋਖ ਪੈਦਾ ਹੁੰਦਾ ਜਦੋਂ ਕੋਈ ਦਾਨ ਕਰਦੇ ਹਨ। ਇਹ ਮਨ ਵਿੱਚ ਭਾਵਨਾ ਬਣਾ ਕੇ ਕਿ ਮਹਾਰਾਜ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ।
हे ਗਰੀਬ ਨਵਾਜ, ਸਭ ਕੁਝ ਆਪ ਜੀ ਦਾ ਹੀ ਬਖਸ਼ਿਸ਼ ਕੀਤਾ ਹੋਇਆ। ਮਹਾਰਾਜ ਤੇਰਾ ਤੁਝ ਕਾ ਸੌਂਪ ਤੇ ਕਿਆ ਲੱਗੈ ਮੇਰਾ। ਉਹ ਕਿਸੇ ਪ੍ਰਕਾਰ ਦੀ ਮਨ ਵਿੱਚ ਹੰਕਾਰ ਨਹੀਂ ਧਾਰਨ ਕਰਦੇ ਕਿ ਅਸੀਂ ਦਾਨ ਕੀਤਾ ਹੈ। ਜੇ ਲੋੜਵੰਦ ਦੀ ਸਹਾਇਤਾ ਕਰ ਦਿੰਦੇ ਐ ਤੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਹੰਕਾਰ ਦਾ ਫੁਰਨਾ ਨਹੀਂ ਲਿਆਉਣਾ ਕਰਦੇ। ਤੇ ਮਹਾਰਾਜ ਕਹਿੰਦੇ ਸਤਿਆ ਮਨ ਸੰਤੋਖ ਉਪਜੈ, ਤਿਨਾਂ ਦੇ ਮਨ ਵਿੱਚ ਸੰਤੋਖ ਪੈਦਾ ਹੁੰਦਾ ਹੈ। ਹੋਰ ਕੋਈ ਲਾਲਸਾ ਨਹੀਂ ਹੁੰਦੀ ਕਿ ਜਿਵੇਂ ਥੇਲੀ ਦੇ ਕੇ ਤੇ ਮੰਗਣੀ ਹਵੇਲੀ, ਕਿ ਰੱਬਾ ਮੈਂ ਥੇਲੀ ਦਾਨ ਕੀਤੀ, ਮੈਨੂੰ ਇਹਦੇ ਬਦਲੇ ਹਵੇਲੀ ਦੇ ਦੇ। ਕਿਉਂ ਕਈ ਗੁਣਾ ਵੱਧ ਹੋਰ ਦਾਨ ਮੰਗ ਲੈਣਾ ਰੱਬ ਤੋਂ। ਮਹਾਰਾਜ ਕਹਿੰਦੇ ਸਤ ਪ੍ਰਤੱਖੀ ਅਜਿਹਾ ਨਹੀਂ ਕਰਨਾ ਕਰਦੇ, ਮਨ ਵਿੱਚ ਸੰਤੋਖੀ ਬਣ ਕੇ ਰਹਿੰਦੇ ਹਨ। ਦੇਣਾ ਕਿਆ ਵਿਚਾਰ, ਤੇ ਕੋ ਹਨ ਸੰਸਾਰ ਦੇ ਅੰਦਰ ਦਾਨੀ ਜਿਹੜੇ ਦੇਣ ਲੱਗਿਆਂ ਵਿਚਾਰਾਂ ਕਰਦੇ ਰਹਿੰਦੇ ਹਨ, ਇਹ ਦਾਨ ਦੇਵਾਂ ਕਿ ਨਾ ਦੇਵਾਂ। ਜੇ ਇੱਕ ਵਾਰ 2-4 ਵਾਰ ਦੇ ਦਿੱਤਾ ਤੇ ਦੁਬਾਰਾ ਦੇਣ ਤੋਂ ਫਿਰ ਗੁਰੇਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਦੇ ਦੇ ਮੰਗਹਿ ਸਹਸਾ ਗੁਣਾ, ਤੀਜੇ ਉਹ ਸੰਸਾਰ ਦੇ ਦਾਨੀ ਪੁਰਖ ਹਨ ਜਿਹੜੇ ਦੇ ਮੰਗਹਿ ਸਹਸਾ ਗੁਣਾ, ਸਹਸਾ ਹਜ਼ਾਰਾਂ ਗੁਣਾ ਵੱਧ ਮੰਗਦੇ ਥੋੜਾ ਜਿਹਾ ਦਾਨ ਦੇ ਕਰਕੇ। ਕਿ ਮਹਾਰਾਜ ਮੈਂ 1000 ਰੁਪਈਆ ਦਾਨ ਕੀਤਾ ਤੇ ਬਦਲੇ ਲੱਖ ਰੁਪਈਆ ਮੈਨੂੰ ਦੇ ਦੇਣਾ। ਲੱਖਾਂ ਦਾਨ ਕੀਤੇ ਤੇ ਕਰੋੜਾਂ ਮੰਗ ਲੈਣੇ, ਕਰੋੜਾਂ ਦਾਨ ਕਰ ਦਿੱਤੇ ਅਰਬਾਂ ਖਰਬਾਂ ਮੰਗ ਲੈਣੇ। ਮਹਾਰਾਜ ਕਹਿੰਦੇ ਹਨ ਕਿ ਐਸੇ ਦੇ ਮੰਗੇ ਸਹਸਾ ਗੁਣਾ, ਉਹ ਹਜ਼ਾਰਾਂ ਗੁਣਾ ਵੱਧ ਦਾਨ ਮੰਗਦੇ ਐ। ਇੱਕ ਉਹ ਐਸੇ ਸੰਸਾਰ ਦੇ ਦਾਨੀ ਹਨ। ਸੋਭ ਕਰੇ ਸੰਸਾਰ, ਤੇ ਚੌਥੇ ਪ੍ਰਕਾਰ ਦੇ ਉਹ ਦਾਨੀ ਹਨ ਸੰਸਾਰ ਦੇ ਵਿੱਚ ਸ਼ੋਭਾ ਤੇ ਮਾਣ ਪਾਉਣ ਦੇ ਵਾਸਤੇ ਦਾਨ ਕਰਦੇ ਐ। ਉਹਨਾਂ ਦਾ ਕੇਵਲ ਇੱਕੋ ਨਿਸ਼ਾਨਾ ਹੁੰਦਾ, ਉਹ ਦਾਨ ਤਾਂ ਕਰਦੇ ਐ ਸੰਸਾਰ ਦੇ ਅੰਦਰ ਲੋਕਾਂ ਨੂੰ ਧਨ ਪਦਾਰਥ ਦਿੰਦੇ ਐ ਕਿ ਲੋਕ ਸਾਡੀ ਆਓ ਭਗਤੀ ਕਰਿਆ ਕਰਨਗੇ, ਲੋਕ ਸਾਨੂੰ ਰੱਬ ਹੀ ਮੰਨ ਲੈਣਗੇ ਕਿ ਹੋਏ ਰੱਬ ਸਾਡੇ ਵਾਸਤੇ। ਲੋੜਵੰਦ ਵਾਸਤੇ ਤਾਂ ਸਾਧ ਸੰਗਤ ਜੀ ਉਹ ਰੱਬ ਹੁੰਦਾ ਜਿਹੜਾ ਲੋੜ ਵੇਲੇ ਸਹਾਇਤਾ ਕਰ ਦਿੰਦਾ, ਉਸੇ ਨੂੰ ਰੱਬ ਮੰਨ ਲੈਂਦਾ ਕਿ ਮੇਰੀ ਨੇ ਸਹਾਇਤਾ ਕੀਤੀ ਹੈ। ਜੇ ਨਾ ਮੇਰਾ ਸਹਾਇਕ ਬਣਦਾ ਤੇ ਮੇਰੀ ਕਾਹਦੀ ਜ਼ਿੰਦਗੀ ਸੀ। ਤੇ ਫਿਰ ਸਾਧ ਸੰਗਤ ਜੀ ਉਹ ਦਾਨੀ ਪੁਰਖ ਵੀ ਫਿਰ ਜਿਵੇਂ ਮੌਕਾ ਦੇਖ ਕਰਕੇ ਦਾਨ ਕਰਦੇ ਐ ਤੇ ਫਿਰ ਲੋਕਾਂ ਤੋਂ ਆਪਣਾ ਮਾਣ ਕਰਾਉਂਦੇ, ਸਤਿਕਾਰ ਕਰਾਉਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਦੇ ਮੰਗੇ ਸਹਸਾ ਗੁਣਾ, ਸੋਭ ਕਰੇ ਸੰਸਾਰ। ਸੰਸਾਰ ਉਹਨਾਂ ਦੀ ਸੋਭਾ ਕਰਦਾ। 4 ਪ੍ਰਕਾਰ ਦੇ ਸੰਸਾਰ ਦੇ ਅੰਦਰ ਦਾਨੀ ਹਨ, ਪਰ ਉੱਤਮ ਉਹ ਹਨ ਜੋ ਮਨ ਦੇ ਵਿੱਚ ਸਬਰ ਸੰਤੋਖ ਧਾਰਨ ਕਰਕੇ ਰੱਖਦੇ ਹਨ। ਅਸਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਉਹੋ ਹੀ ਹੈ ਜਿਹੜਾ ਸਤ ਪ੍ਰਤੱਗੀ ਹੈ, ਸਬਰ ਸੰਤੋਖੀ ਹੈ, ਮਨ ਦੇ ਵਿੱਚ ਲਾਲਸਾ ਕੋਈ ਨਹੀਂ ਹੈ, ਕਿਸੇ ਪ੍ਰਕਾਰ ਦਾ ਲੋਭ ਨਹੀਂ ਹੈ, ਕੋਈ ਲਾਲਚ ਨਹੀਂ ਧਾਰਨ ਕਰਕੇ ਰੱਖਦੇ। ਚੋਰਾ ਜਾਰਾ ਤੈ ਕੂੜਿਆਰਾ, ਇੱਕ ਉਹ ਹੁਣ ਐਸੇ ਸੰਸਾਰ ਦੇ ਸਾਖਤ ਪਾਮਰ ਜੀਵ ਹਨ ਜਿਹੜੇ ਚੋਰੀਆਂ ਕਰਦੇ, ਉਹਨਾਂ ਨੂੰ ਚੋਰ ਕਿਹਾ ਜਾਂਦਾ ਹੈ। ਸਾਧ ਸੰਗਤ ਜੀ ਕੋਈ ਧਨ ਦੇ, ਕੋਈ ਪਦਾਰਥਾਂ ਦੇ ਚੋਰ ਹੁੰਦੇ ਐ, ਕੋਈ ਮਨ ਦੇ ਚੋਰ ਹੁੰਦੇ ਹਨ, ਕਵਿਤਾ ਚੋਰ ਵੀ ਹੁੰਦੇ ਐ ਸੰਸਾਰ ਅੰਦਰ। ਕੋਈ ਕਿਸੇ ਦਾ ਧਨ ਪਦਾਰਥ ਚੁਰਾ ਲਵੇ ਉਹ ਵੀ ਚੋਰ ਗਿਣਿਆ ਜਾਂਦਾ ਹੈ। ਕਿਸੇ ਦੀ ਕਵਿਤਾ ਚੁਰਾ ਕੇ ਆਪ ਸਟੇਜ ਤੇ ਚੜ੍ਹ ਕੇ ਬੋਲ ਦੇਣੀ ਤੇ ਵਿੱਚ ਆਪਣਾ ਨਾਮ ਰੱਖ ਲੈਣਾ, ਉਹ ਕਵਿਤਾ ਚੋਰ ਮੰਨੇ ਜਾਂਦੇ ਆ। ਇੱਕ ਮਨ ਦੇ ਚੋਰ ਹਨ ਸਾਧ ਸੰਗਤ ਜੀ ਜਿਹੜੇ ਆਪਣੇ ਔਗੁਣਾਂ ਨੂੰ ਮਨ ਦੇ ਵਿੱਚ ਛੁਪਾ ਕੇ ਰੱਖਦੇ ਆ। ਦੂਜਿਆਂ ਦੇ ਦੋਸ਼ ਭਾਵੇਂ ਬਾਰ-ਬਾਰ ਅਰਪੀ ਜਾਂਦੇ ਕਿ ਇਹਦੇ ਵਿੱਚ ਫਲਾਣੇ ਬੰਦੇ ਵਿੱਚ ਆਹ ਦੋਸ਼ ਆ, ਆਹ ਔਗਣੇ ਆ, ਉਹ ਮਨ ਦੇ ਚੋਰ ਹਨ। ਤੇ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਚੋਰ ਕਿਹਾ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਹਜੂਰ ਦਾ ਮੁੱਖ ਵਾਕ ਹੈ ਤੇ ਤਸਕਰ ਜੋ ਨਾਮ ਨਾ ਲੇਵਹਿ ਵਾਸਹਿ ਕੋਟ ਪੰਚਾਸਾ। ਮਹਾਰਾਜ ਕਹਿੰਦੇ ਹਨ ਜੋ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਦੇ ਜਾਣੋ ਕਿ ਵੱਡੇ ਚੋਰ ਹਨ। ਵਾਹਿਗੁਰੂ ਦੇ ਨਾਮ ਜਪਣ ਤੋਂ ਮਨ ਨੂੰ ਚੁਰਾ ਕੇ ਰੱਖਦੇ ਆ, ਆਪਣੇ ਤਨ ਨੂੰ ਵੀ ਸੰਗਤ ਵਿੱਚ ਬਿਠਾਉਣ ਤੋਂ ਬਾਰ-ਬਾਰ ਚੁਰਾ ਕੇ ਰੱਖਦੇ। ਜਾ ਰੱਬਾ ਝੂਠ ਹੀ ਹੋ ਜਾਵੇ, ਨਾ ਹੀ ਸੰਗਤ ਵਿੱਚ ਬੈਠਣਾ ਪਵੇ, ਨਾ ਹੀ ਨਾਮ ਦੇ ਵਿੱਚ ਜਾ ਕਰਕੇ ਸਿਮਰਨ ਕਰਨਾ ਪਵੇ। ਜਿੱਥੇ ਨਾਮ ਜਪ ਰਹੇ ਨੇ ਪਰਮੇਸ਼ਰ ਦੇ ਪਿਆਰੇ, ਉੱਥੇ ਨਾ ਹੀ ਬਹਿਣਾ ਪਵੇ ਤਾਂ ਚੰਗੀ ਗੱਲ ਹੈ। ਹਰ ਸਮੇਂ ਚੁਰਾ ਕਰਕੇ ਰੱਖਦੇ, ਬਹਾਨੇ ਬਣਾ ਲੈਂਦੇ ਕਿ ਸਾਨੂੰ ਕੰਮ ਪੈ ਗਿਆ, ਸਾਨੂੰ ਆਹ ਕੰਮ ਪੈ ਗਿਆ। ਇਉਂ ਕਈ ਵਾਰ ਸਰੀਰ ਦੇ ਕੋਈ ਰੋਗ ਦਾ ਬਹਾਨਾ ਬਣਾ ਕਰਕੇ ਨਾਮ ਜਪਣ ਤੋਂ ਆਪਣੇ ਆਪ ਨੂੰ ਚੁਰਾ ਕੇ ਰੱਖਦੇ ਹਨ। ਮਹਾਰਾਜ ਨੇ ਉਹਨਾਂ ਨੂੰ ਵੀ ਚੋਰ ਕਿਹਾ ਗੁਰਬਾਣੀ ਅੰਦਰ।
ਤੇ ਸਤਿਗੁਰੂ ਜੀ ਕਹਿੰਦੇ ਹਨ ਚੋਰਾਂ ਯਾਰਾਂ ਤੇ ਜਿਹੜੇ ਸੰਸਾਰ ਦੇ ਪਾਮਰ ਜੀਵ ਹੈ, ਜਿਨ੍ਹਾਂ ਨੂੰ ਯਾਰਾਂ ਕਿਹਾ ਜਾਂਦਾ, ਜਿਹੜੇ ਸਾਧ ਸੰਗਤ ਜੀ ਪਰਾਏ ਰੂਪਾਂ ਨੂੰ ਤੱਕਦੇ ਰਹਿੰਦੇ ਹਨ, ਪਰਾਏ ਘਰਾਂ ਵਿੱਚ ਜਾ ਕਰਕੇ ਵਿਵਚਾਰ ਕਰਦੇ ਹਨ, ਫਿਰ ਕੂੜਿਆਰਾਂ ਜਿਹੜੇ ਝੂਠ ਹੀ ਬੋਲਦੇ ਰਹਿੰਦੇ ਹਨ। ਖਰਾਬ ਵਿਕਾਰ ਇੱਕ ਉਹ ਖਰਾਬ ਸੰਸਾਰ ਦੇ ਜੀਵ ਹਨ ਜਿਹੜੇ ਹਰ ਸਮੇਂ ਭੈੜੇ ਕਰਮ ਕਰਦੇ ਰਹਿੰਦੇ ਹਨ। ਕਦੇ ਵੀ ਉਹਨਾਂ ਨੇ ਚੰਗਾ ਕਰਮ ਨਹੀਂ ਕਰਨਾ, ਮੰਦੇ ਤੋਂ ਮੰਦਾ ਕਰਮ ਕਰਦੇ ਹਨ। ਵਿਕਾਰ ਤੇ ਇੱਕ ਵਿਕਾਰੀ ਸੰਸਾਰ ਦੇ ਜੀਵ ਹਨ, ਹਰ ਸਮੇਂ ਵਿਕਾਰਾਂ ਨੂੰ ਭੋਗਣ ਦੇ ਵਿੱਚ ਹੀ ਗਰਸੇ ਰਹਿੰਦੇ ਹਨ। ਇੱਕ ਹੋਦਾ ਖਾਏ ਚੱਲਹਿਆ ਥਾਊ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੈ, ਗੁਰਸਿੱਖੋ, ਜੋ ਕੁਝ ਪੂਰਬਲੇ ਜਨਮਾਂ ਦਾ ਸੰਚਿਤ ਕੀਤਾ ਹੋਇਆ ਸੀ, ਉਹ ਇਸ ਜਨਮ ਦੇ ਵਿੱਚ ਉਹਨਾਂ ਨੇ ਸੁੱਖ ਹੰਢਾ ਲਏ, ਖਾ ਪੀ ਲਿਆ। ਮਹਾਰਾਜ ਕਹਿੰਦੇ ਇੱਕ ਹੋਦਾ ਜੋ ਕੁਝ ਹੈਗਾ ਸੀ ਉਹਨਾਂ ਦੇ ਜੀਵਨ ਦੇ ਅੰਦਰ ਪਰਾਰਬਧ ਦੇ ਵਿੱਚ ਰੱਬ ਨੇ ਲਿਖਿਆ ਸੀ, ਪੂਰਬਲੇ ਪੁੰਨ ਕਰਮਾਂ ਦਾ ਫਲ। ਇੱਕ ਹੋਦਾ ਖਾਏ ਚੱਲਹਿ ਐਥਾਊ, ਐਥਾਊ ਇਥੋਂ ਸੰਸਾਰ ਲੋਕ ਤੋਂ ਚਲੇ ਗਏ ਹਨ। ਤਿਨਾ ਭੇਕਾਈ ਕਾਰ। ਤੇ ਜੇ ਕੋਈ ਪੁੰਨ ਦਾਨ ਨਹੀਂ ਕੀਤਾ, ਨਾ ਕੋਈ ਚੰਗਾ ਕਰਮ ਕੀਤਾ, ਨਾ ਭਜਨ ਬੰਦਗੀ ਕੀਤਾ, ਤੇ ਫਿਰ ਅੱਗੇ ਜਾ ਕੇ ਉਹਨਾਂ ਨੇ ਕਿੱਦਾਂ ਦੀ ਕਮਾਈ ਕਰਨੀ ਭਲਾ? ਕੀ ਅੱਗੇ ਜਾ ਕਰਕੇ ਕੁਝ ਖੱਟ ਲੈਣਗੇ ਰੱਬ ਦੇ ਘਰ ਵਿੱਚ? ਕਮਾਈ ਤਾਂ ਜ਼ਿੰਦਗੀ ਹੁੰਦਿਆਂ ਜੀਵਨ ਕਾਲ ਦੌਰਾਨ ਹੀ ਕਰ ਸਕਦੇ ਸੀ ਨਾ। ਜੇ ਧਰਮ ਦੀ ਕਿਰਤ ਕਰਦੇ, ਭਜਨ ਬੰਦਗੀ ਕਰਦੇ, ਕੋਈ ਚੰਗਾ ਕਰਮਾਂ ਦਾ ਬੀਜ ਲੈਂਦੇ, ਤੇ ਅੱਗੇ ਜਾ ਕੇ ਫਲ ਵੀ ਉਹਨਾਂ ਨੂੰ ਚੰਗਾ ਮਿਲ ਜਾਂਦਾ। ਪਰ ਪਾਪ ਕਰਮ ਹੀ ਕਰਦੇ ਰਹੇ, ਕੇਵਲ ਸੰਸਾਰ ਦੇ ਵਿਸ਼ੇ ਸੁਖਾਂ ਨੂੰ ਹੀ ਮਾਣਦੇ ਰਹੇ, ਕਦੇ ਵੀ ਪਰਮਾਤਮਾ ਨੂੰ ਚੇਤੇ ਨਾ ਕੀਤਾ। ਤੇ ਮਹਾਰਾਜ ਕਹਿੰਦੇ ਅੱਗੇ ਉਹ ਕਿਹੜੀ ਜਾ ਕੇ ਉਹਨਾਂ ਨੇ ਕਮਾਈ ਕਰਨੀ, ਕੀ ਖੱਟ ਲੈਣਗੇ? ਕੁਝ ਨਹੀਂ ਪੱਲੇ ਪੈਣ ਵਾਲਾ, ਕਿਉਂਕਿ ਪਰਮਾਤਮਾ ਦੇ ਘਰ ਦੇ ਵਿੱਚ ਕਰਮਾਂ ਦੇ ਕਰਕੇ ਨਿਬੇੜਾ ਹੁੰਦਾ, ਮਨੁੱਖ ਦੇ ਅਮਲਾਂ ਦਾ ਨਿਬੇੜਾ ਹੁੰਦਾ ਹੈ। ਚੰਗੇ ਕਰਮ ਹਨ ਭਾਵੇਂ ਮੰਦੇ ਕਰਮ ਹੈ, ਉਹਦਾ ਫਲ ਜੀਵ ਨੂੰ ਮਿਲਣਾ ਕਰਦਾ ਹੈ। ਔਰ ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਇੱਕ ਹੋਦਾ ਖਾਏ ਚੱਲਹਿ ਐਥਾਊ। ਅੰਤਰੀ ਭਾਵ ਵਿੱਚ ਕਹਿੰਦੇ ਹਨ ਕਿ ਕੋ ਸੰਸਾਰ ਦੇ ਅੰਦਰ ਗੁਰਮੁਖ ਪਿਆਰੇ ਵਾਹਿਗੁਰੂ ਦੇ ਪਿਆਰੇ ਪੁਰਖ ਹਨ, ਜਿਨ੍ਹਾਂ ਨੇ ਹੋਂਦਾ ਹੰਕਾਰ ਨੂੰ ਖਾ ਲਿਆ ਹੈ, ਅਭਾਵ ਕਰ ਦਿੱਤਾ ਹੈ। ਸ਼ਬਦ ਦਾ ਆਸਰਾ ਲੈ ਕਰਕੇ ਜਿਨ੍ਹਾਂ ਨੇ ਹੰਕਾਰ ਨੂੰ ਅਭਾਵ ਹੀ ਕਰ ਦਿੱਤਾ ਹੈ, ਮਹਾਰਾਜ ਕਹਿੰਦੇ ਚੱਲਹਿ ਐਥਾਊ। ਉਹ ਵੀ ਭਾਵੇਂ ਸੰਸਾਰ ਤੋਂ ਜਾਂਦੇ, ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ, ਪਰ ਉਹਨਾਂ ਦਾ ਸੰਸਾਰ ਦੇ ਜੀਵਾਂ ਦੇ ਨਾਲੋਂ ਜਾਣਾ ਬਹੁਤ ਵੱਖਰਾ ਹੁੰਦਾ ਹੈ, ਬਹੁਤ ਨਿਵੇਕਲਾ ਹੈ ਸੰਸਾਰੀ ਜੀਵਾਂ ਦੇ ਨਾਲੋਂ। ਇਸ ਕਰਕੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਤਿਨਾਂ ਭੇ ਕਾਈ ਕਾਰ। ਤਿਨਾਂ ਨੇ ਜੀਵਨ ਦੇ ਅੰਦਰ ਪ੍ਰੇਮਾ ਭਗਤੀ ਦੀ ਕਾਰ ਕੀਤੀ ਹੈ, ਸਤਿਨਾਮ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਰੂਪੀ ਕਾਰ ਕੀਤੀ ਹੈ। ਇਸ ਕਰਕੇ ਉਹਨਾਂ ਨੇ ਹੰਕਾਰ ਜਿਹੜਾ ਹਉਮੈ ਉਹਨਾਂ ਨੂੰ ਖਾ ਦਿੱਤਾ, ਅਭਾਵ ਕਰਿਆ ਹੈ। ਉਹ ਵੀ ਭਾਵੇਂ ਸੰਸਾਰ ਤੋਂ ਜਾਂਦੇ ਸਰੀਰ ਕਰਕੇ, ਪਰ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਜਸ ਹੁੰਦਾ ਰਹਿੰਦਾ ਹੈ। ਜਲ ਥਲ ਜੀਆ ਪੁਰੀਆ। ਜਲ ਥਲ ਜੀਆ ਪੁਰੀਆ ਲੋਆ। ਲੋਆ ਤੇ ਵਿਸ਼ਰਾਮ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਹੇ ਗੁਰਸਿੱਖੋ, ਜਲ ਜਲਾਂ ਦੇ ਵਿੱਚ, ਥਲ ਥਲਾਂ ਵਿੱਚ ਰਹਿਣ ਵਾਲੇ ਜਿਹੜੇ ਜੀਵ ਜੰਤੂ ਹਨ, ਜਲ ਥਲ ਜੀਆ ਪੁਰੀਆ ਲੋਆ। ਫਿਰ ਜੀ ਹਨ, ਜੀਆਂ ਦੇ ਵੀ ਸਾਧ ਸੰਗਤ ਜੀ ਵਸਦੇ ਹੈ। ਕਿਉਂਕਿ ਜਿਵੇਂ ਮਾਤਾ ਦੇ ਗਰਭ ਦੇ ਵਿੱਚ ਬੱਚੇ ਦੇ ਜਨਮ ਹੋਣ ਤੋਂ ਪਹਿਲਾਂ ਸਾਧ ਸੰਗਤ ਜੀ ਮਾਤਾ ਦੇ ਗਰਭ ਦੇ ਵਿੱਚ ਹੀ ਵਸਦਾ ਨਾ, ਜੀਆਂ ਦੇ ਅੰਦਰ ਜੀ ਵਸਦੇ ਹਨ। ਔਰ ਇਸੇ ਪ੍ਰਕਾਰ ਸੰਸਾਰ ਦੇ ਅੰਦਰ ਜਿਹੜੇ ਜੀਵ ਹਨ, ਜੀਵਾਂ ਦੇ ਅੰਦਰ ਜੀਵ ਪ੍ਰਮਾਤਮਾ ਨੇ ਪੈਦਾ ਕੀਤੇ ਹੈ। ਸਾਡਾ ਸਰੀਰ ਹੈ ਨਾ, ਇਹਦੇ ਅੰਦਰ ਕਿੰਨੇ ਕਿੰਨੇ ਜਿਵੇਂ ਚਿੱਟੇ ਸੈੱਲ ਆ, ਰੈੱਡ ਸੈੱਲ ਆ, ਇਹ ਵੀ ਸਾਧ ਸੰਗਤ ਜੀ ਜੀਵ ਹੈ। ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਕਿੰਨੇ ਕਿੰਨੇ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰਮਾਤਮਾ ਨੇ ਸਾਡੇ ਸਰੀਰ ਦੇ ਅੰਦਰ ਜੀਵ ਪੈਦਾ ਕੀਤੇ। ਇਹ ਜਿਹੜੇ ਸੈੱਲ ਆ ਨਾ, ਇਹ ਵੀ ਇੱਕ ਜੂਨ ਨਹੀਂ ਭੋਗਦੇ ਪਏ ਆ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜੀਵਾਂ ਦੇ ਅੰਦਰ ਪ੍ਰਮਾਤਮਾ ਨੇ ਜੀਵ ਪੈਦਾ ਕੀਤੇ ਹੋਏ ਆ। ਤੇ ਸਾਧ ਸੰਗਤ ਜੀ 2 ਕੁ ਦਿਨ ਪਹਿਲਾਂ ਮਹਾਂਪੁਰਖਾਂ ਦੇ ਕੋਲ ਬੈਠੇ ਸਾਂ, ਕਹਿੰਦੇ ਕਿ ਹਰ ਇੱਕ ਇਹ ਸਰੀਰ ਦੇ ਨਾਲ ਜਿਹੜੇ ਇੰਦਰੇ ਲੱਗੇ ਨੇ ਨਾ, ਹਰ ਇੱਕ ਇੰਦਰੇ ਦਾ ਆਪਣਾ ਤਪ ਹੈ। ਤੇ ਵਿਚਾਰ ਚੱਲ ਰਹੀ ਸੀ, ਕਹਿੰਦੇ ਸਨ ਕਿ ਰੋਗ ਦਾ ਜਨਮ ਕਿੱਥੋਂ ਹੁੰਦਾ? ਇਹ ਰਜੋ ਤਮੋ ਤੇ ਸਤੋ ਗੁਣ ਤੋਂ ਰੋਗ ਦਾ ਜਨਮ ਹੁੰਦਾ।
ਇਹ ਵਿਚਾਰ ਚੱਲ ਰਹੀ ਸੀ ਤੇ ਕਹਿੰਦੇ ਕਿ ਸਰੀਰ ਦੇ ਅੰਦਰ ਹੀ ਇੰਨੇ ਜ਼ਿਆਦਾ ਪ੍ਰਮਾਤਮਾ ਨੇ ਜੀਵ ਪੈਦਾ ਕੀਤੇ, ਉਹਨਾਂ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ, ਉਹਨਾਂ ਦਾ ਅੰਤ ਹੀ ਨਹੀਂ ਪੈਂਦਾ। ਜਦੋਂ ਕਿਤੇ ਜ਼ਖਮ ਹੋ ਜਾਂਦਾ ਨਾ, ਕੋਈ ਫੱਟ ਲੱਗ ਜਾਂਦਾ ਸਰੀਰ ਤੇ ਉਹਨਾਂ ਦੀ ਡਿਊਟੀ ਪ੍ਰਮਾਤਮਾ ਨੇ ਲਗਾਈ ਹੋਈ ਹੈ ਸੱਲਾ ਰੂਪ ਜੀਵਾਂ ਦੀ। ਉਹ ਭੱਜ ਕੇ ਕਾਹਲੀ ਦੇ ਨਾਲ ਖੂਨ ਨੂੰ ਰੋਕਣ ਦੇ ਵਾਸਤੇ ਭੱਜ ਕੇ ਆ ਜਾਂਦੇ ਦੌੜ ਕੇ। ਜਿਵੇਂ ਸਾਧ ਸੰਗਤ ਜੀ ਨਹਿਰ ਦਾ ਜਾਂ ਕਿਸੇ ਨਖਾਸੂ ਦਾ ਨੱਕਾ ਟੁੱਟ ਜਾਵੇ ਤੇ ਲੋਕ ਭੱਜ ਕੇ ਇਕੱਠੇ ਹੋ ਕੇ ਆਉਂਦੇ ਆ ਨਾ, ਇਕੱਠੇ ਹੋ ਕੇ ਆ ਕੇ ਉਹ ਯਤਨ ਕਰਦੇ ਉਹਨੂੰ ਰੋਕਣ ਦੇ ਵਾਸਤੇ, ਸਾਰੇ ਇਕੱਠੇ ਹੋ ਕੇ। ਏਦਾਂ ਜਦੋਂ ਬਹੁਤਾ ਖੂਨ ਵਹਿੰਦਾ ਹੈ ਤੇ ਇੱਕੋ ਵਾਰ ਜਿੰਨੇ ਲੱਖਾਂ ਦੀ ਗਿਣਤੀ ਵੀ ਜੀਵ ਰੂਪੀ ਸੈੱਲ ਹੁੰਦੇ ਐ, ਉਹ ਆ ਕਰਕੇ ਅੱਗੇ ਥੰਮ ਬਣ ਕੇ ਖਲੋ ਜਾਂਦੇ, ਖੂਨ ਨੂੰ ਰੋਕ ਲੈਂਦੇ ਐ। ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਜੀਵਾਂ ਦੇ ਅੰਦਰ ਜੀਵ ਪ੍ਰਮਾਤਮਾ ਨੇ ਪੈਦਾ ਕੀਤੇ ਹਨ। ਸੋ ਹਜੂਰ ਨੇ ਉਚਾਰਨ ਕੀਤਾ, ਜਲ ਥਲ ਜੀਆ ਪੁਰੀਆ ਲੋਵਾ। ਫਿਰ ਪੁਰੀਆਂ ਦੇ ਵਿੱਚ ਇੰਦਰਪੁਰੀ, ਵਿਸ਼ਨਪੁਰੀ, ਸ਼ਿਵਪੁਰੀ, ਬ੍ਰਹਮਪੁਰੀ, ਇਹਨਾਂ ਵਿੱਚ ਰਹਿਣ ਵਾਲੇ ਵੀ ਜਿਹੜੇ ਜੀਵ ਜੰਤੂ ਹਨ, ਲੋਹਾ, ਜਿੰਨੇ ਵੀ ਲੋਕ ਹੈ, ਜਿੰਨੇ ਵੀ ਲੋਕਾਈ ਪਰਮੇਸ਼ਰ ਦੀ ਪੈਦਾ ਕੀਤੀ ਹੈ। ਆਕਾਰਾ ਆਕਾਰ, ਤੇ ਜਿੰਨੇ ਵੀ ਆਕਾਰ ਬਣੇ ਹੋਏ ਨੇ ਸ੍ਰਿਸ਼ਟੀ ਦੇ, ਉਹਨਾਂ ਆਕਾਰਾਂ ਦੇ ਅੰਦਰ ਵੀ ਪ੍ਰਮਾਤਮਾ ਨੇ ਆਕਾਰ ਬਣਾਏ ਹੋਏ ਹਨ। ਕੋਈ ਛੋਟੇ ਆਕਾਰ ਦਾ ਹੈ, ਕੋਈ ਵੱਡੇ ਆਕਾਰ ਦਾ ਹੈ। ਜਿਵੇਂ ਸਾਧ ਸੰਗਤ ਜੀ ਵੱਡਾ ਸਾਰਾ ਮਹਿਲ ਬਣਾਇਆ ਹੋਵੇ, ਜਾਂ ਕੋਈ ਵੱਡੀ ਸਾਧ ਸੰਗਤ ਜੀ 7-8 ਮੰਜ਼ਲੀ ਕਿਸੇ ਨੇ ਕੋਠੀ ਬਣਾਈ ਹੋਵੇ। ਇਹ ਛੋਟਾ ਕਮਰਾ ਹੁੰਦਾ, ਉਹਦੇ ਵਿੱਚ ਵੱਡੇ ਆਕਾਰ ਦਾ ਵੀ ਕਮਰਾ ਹੁੰਦਾ ਹੀ ਹੈ। ਇਹ ਇੱਕ ਵੱਡਾ ਹਾਲ ਹੁੰਦਾ ਤੇ ਛੋਟਾ ਹਾਲ ਵੀ ਹੁੰਦਾ ਹੀ ਹੈ। ਇਹ ਮਹਾਰਾਜ ਕਹਿੰਦੇ ਸ੍ਰਿਸ਼ਟੀ ਦੇ ਆਕਾਰਾਂ ਦੇ ਅੰਦਰ ਆਕਾਰ ਪਰਮੇਸ਼ਰ ਨੇ ਪੈਦਾ ਕੀਤੇ ਹਨ। ਤਮਾਮ ਜੀਵਾਂ ਦੇ ਅੰਦਰ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਜੀਵ ਹਨ। ਓਏ ਜੇ ਆਖ ਹੈ ਸੋ ਤੂੰ ਹੈ ਜਾਣ ਹੈ। हे ਪ੍ਰਮਾਤਮਾ, ਇਹ ਤਮਾਮ ਜੀਵ ਜੰਤੂ ਜੋ ਕੁਝ ਵੀ ਕਹਿੰਦੇ ਹਨ, ਪ੍ਰਮਾਤਮਾ ਤੂੰ ਉਹਨਾਂ ਦੇ ਅੰਦਰ ਦੀ ਜਾਣਦਾ ਹੈ। ਕਿਉਂਕਿ ਵਾਹਿਗੁਰੂ ਅੰਤਰਜਾਮੀ ਹੈ। ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ। ਪ੍ਰਮਾਤਮਾ ਸਭ ਦੇ ਦਿਲਾਂ ਦੀ ਜਾਣਦਾ ਹੈ। ਤਿਨਾ ਭੇ ਤੇਰੀ ਸਾਰ। ਤੇ ਹਜੂਰ ਕਹਿੰਦੇ ਤਿਨਾ ਭੇ ਤੇਰੀ ਸਾਰ। हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, हे ਪਰਮੇਸ਼ਵਰ ਜੀ, ਸੰਸਾਰ ਦੇ तमाम ਜੀਵ ਜੰਤੂ ਜਿਹੜੇ ਪੈਦਾ ਕੀਤੇ ਹੋਏ ਆ ਨਾ ਮਹਾਰਾਜ, ਉਹ ਵੀ ਸਾਰ ਤੁਹਾਨੂੰ ਹੀ ਸਿਮਰਦੇ ਹਨ। ਤਿਨਾ ਭੇ ਤੇਰੀ ਸਾਰ। ਤਿਨਾਂ ਤੇ ਮਹਾਰਾਜ ਤੁਹਾਡਾ ਬਲ ਵਰਤਦਾ ਪਿਆ ਹੈ। ਤਿਨਾਂ ਸੰਸਾਰ ਭਰ ਦੇ तमाम ਜੀਵਾਂ ਨੂੰ ਪਰਮੇਸ਼ਰ ਤੂੰ ਆਪ ਹੀ ਸੰਭਾਲਦਾ ਪਿਆ, ਹਰ ਇੱਕ ਜੀਵ ਦੀ ਪਰਵਰਿਸ਼ ਕਰਦਾ ਪਿਆ। ਪ੍ਰਮਾਤਮਾ ਤੂੰ ਅੰਤਰਜਾਮੀ ਹੈ, ਸਭ ਦੀ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ। ਨਾਨਕ ਭਗਤਾ ਭੁਖ ਸਲਾਹਣ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਨੇ ਉਚਾਰਨ ਕੀਤਾ ਹੈ, ਸ਼ੇਖ ਬ੍ਰਹਮ ਫਰੀਦ, ਸੰਸਾਰ ਦੇ ਅੰਦਰ ਜਿੰਨੇ ਵੀ ਮਤ ਮਤਾਂਤਰ ਹਨ, ਕੋਈ ਜੋਗੂ ਹੈ, ਜੋਗੀ ਹੈ, ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਤੇ ਕਹਿੰਦੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਜਿਹੜੇ ਭਗਤ ਹੈ ਨਾ, ਉਹ ਸਭ ਤੋਂ ਉੱਤਮ ਹਨ। ਨਾਨਕ ਭਗਤਾਂ ਭੁਖ ਸਲਾਹਨ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਦਰਸ਼ਨਾਂ ਦੀ ਭੁੱਖ ਲੱਗੀ ਹੋਈ ਹੈ। ਨਾਨਕ ਭਗਤਾਂ ਭੁਖ ਸਲਾਹਨ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਦਰਸ਼ਨਾਂ ਦੀ ਭੁੱਖ ਹੈ, ਹਰ ਸਮੇਂ ਪ੍ਰਮਾਤਮਾ ਦੇ ਪ੍ਰੇਮਾ ਭਗਤੀ ਦੇ ਵਿੱਚ ਲੀਨ ਹੋ ਕਰਕੇ ਰਹਿੰਦੇ ਹਨ। ਸੱਚ ਨਾਮ ਆਧਾਰ। ਉਹਨਾਂ ਨੂੰ ਕੇਵਲ ਹਿਰਦੇ ਅੰਦਰ ਪਰਮੇਸ਼ਰ ਦੇ ਸੱਚੇ ਨਾਮ ਦਾ ਆਸਰਾ ਹੁੰਦਾ ਹੈ। ਉਹ ਸੰਸਾਰ ਦੇ ਜੀਵਾਂ ਦੇ ਨਾਲ ਉੱਤਮ ਦਰਸਾਏ ਜਾਂਦੇ ਹਨ। ਭਾਵੇਂ ਕਿਸੇ ਵੀ ਮਜ਼ਹਬ ਦੇ ਵਿੱਚ ਹੈ, ਜੇ ਪਰਮਾਤਮਾ ਦੀ ਭਗਤੀ ਕਰਦਾ ਹੈ ਨਾ, ਉਸੇ ਨੂੰ ਮਹਾਰਾਜ ਸਾਹਿਬ ਜੀ ਨੇ ਸੱਚਾ ਆਖਿਆ ਹੈ। ਸਾਧ ਸੰਗਤ ਜੀ, ਮੁਸਲਮਾਨ ਕਹਾਵਨ ਮੁਸ਼ਕਲ, ਜੇ ਹੋਏ ਤਾਂ ਮੁਸਲਮਾਨ ਕਹਾਵੈ। ਜੇਕਰ ਸੱਚਾ ਮੁਸਲਮਾਨ ਬਣੇ ਤਾਂ ਹੀ ਸਾਧ ਸੰਗਤ ਜੀ ਅਖਵਾ ਸਕਦਾ ਹੈ ਨਾ। ਇਸਲਾਮ ਨੂੰ ਧਾਰਨ ਕਰਨੇ ਵਾਲਾ ਤੇ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜਿਹੜੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਨ ਵਾਲੇ ਭਗਤ ਜਨ ਹੈ, ਉਹ ਅਸਲ ਭਗਤ ਸਦਾਉਂਦੇ ਹਨ, ਜਿਨ੍ਹਾਂ ਨੂੰ ਕੇਵਲ ਪਰਮੇਸ਼ਰ ਤੁਹਾਡੇ ਨਾਮ ਦਾ ਹੀ ਆਸਰਾ ਹੈ। ਸਦਾ ਆਨੰਦ ਰਹੇ ਦਿਨ ਰਾਤੀ। ਜੋ ਸਦਾ ਇੱਕ ਰਸ ਪਰਮੇਸ਼ਰ ਦੇ ਨਾਮ ਦੇ ਵਿੱਚ, ਆਨੰਦ ਦੇ ਵਿੱਚ ਮਸਤ ਰਹਿੰਦੇ ਹਨ,
ਦਿਨੇ ਵੀ ਰਾਤ ਵੀ ਅੱਠੇ ਪਹਿਰ ਪਰਮੇਸ਼ਰ ਦੇ ਨਾਮ ਦਾ ਹੀ ਆਨੰਦ ਮਾਣਦੇ ਹਨ। ਗੁਣਵੰਤਿਆ ਪਾਛਾਰ ਐਸੇ ਗੁਣਵਾਨ ਵਾਹਿਗੁਰੂ ਦੇ ਪਿਆਰੇ ਭਗਤਾਂ ਦੀ ਚਰਨ ਧੂੜੀ ਬਣਨਾ ਚਾਹੀਦਾ ਹੈ। ਗੁਣਵੰਤਿਆ ਪਾਛਾਰ, ਇਹ ਜੀਵ ਆਪਣੇ ਆਪ ਨੂੰ ਤਿਨਾਂ ਦੇ ਚਰਨਾਂ ਦੇ ਵਿੱਚ ਪਾ, ਉਹਨਾਂ ਦੀ ਚਰਨਾਂ ਦੀ ਧੂੜੀ ਬਣ ਜਾ। ਜਿਹੜੇ ਜੀਵ ਗੁਣਵਾਨ ਹਨ, ਸ਼ੁਭ ਗੁਣਾਂ ਦੇ ਧਾਰਨੀ ਹਨ, ਪ੍ਰੇਮਾ ਭਗਤੀ ਕਰਨ ਦੇ ਵਿੱਚ ਹਰ ਸਮੇਂ ਲੱਗੇ ਰਹਿੰਦੇ ਹਨ। ਮਹੱਲਾ ਪਹਿਲਾ। ਮਿੱਟੀ ਮੁਸਲਮਾਨ ਕੀ। ਸਾਧ ਸੰਗਤ ਜੀ, ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਨੇ ਇੱਥੋਂ ਤੱਕ ਸ਼ਲੋਕ ਉਚਾਰਨ ਕੀਤਾ ਕਿ ਜੋ ਸ਼ੇਖ ਬ੍ਰਹਮ ਫਰੀਦ ਸੀ ਨਾ, ਉਹ ਕਹਿਣ ਲੱਗਾ ਜੀ ਮਹਾਰਾਜ, ਸਾਡੇ ਮਤ ਦੇ ਅਨੁਸਾਰ ਜਿਹੜਾ ਇਸਲਾਮ ਮਤ ਦੇ ਅੰਦਰ ਜਿਵੇਂ ਜੋ ਮੁਹੰਮਦ ਸਾਹਿਬ ਦੇ ਕਥਨ ਮੁਤਾਬਿਕ, ਗ੍ਰੰਥਾਂ ਦੇ ਮੁਤਾਬਿਕ, ਕੁਰਾਨ ਸ਼ਰੀਫ ਦੇ ਮੁਤਾਬਿਕ ਜੋ ਇਹ ਸੰਸਾਰ ਦੇ ਅੰਦਰ ਇਹਨਾਂ ਨੇ ਸਿਧਾਂਤ ਰੱਖਿਆ ਹੋਇਆ ਹੈ, ਉਹਦੇ ਅਨੁਸਾਰ ਤਾਂ ਇਹ ਵੈ ਕਿ ਜਿਹੜੇ ਹਿੰਦੂ ਹਨ ਉਹਨਾਂ ਨੂੰ ਅਗਨ ਭਾਵ ਕੇ ਚੰਡਾ ਲਾ ਕਰਕੇ ਸਾੜਿਆ ਜਾਂਦਾ, ਦਾਹ ਸੰਸਕਾਰ ਕੀਤਾ ਜਾਂਦਾ ਜਦੋਂ ਮੌਤ ਹੋ ਜਾਂਦੀ ਹੈ। ਇੱਥੇ ਵੀ ਸੜਦੇ ਹੈ ਤੇ ਨਰਕਾਂ ਦੇ ਵਿੱਚ ਵੀ ਉਹਨਾਂ ਨੂੰ ਸੜਨਾ ਪੈਂਦਾ ਹੈ। ਨਰਕਾਂ ਦੇ ਵਿੱਚ ਵੀ ਉਹਨਾਂ ਨੂੰ ਅੱਗ ਦੇ ਵਿੱਚ ਹੀ ਸੜਨਾ ਪੈਂਦਾ। ਇਹ ਸਾਡਾ ਮਤ ਕਹਿੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਕਹਿੰਦੇ ਕਿ ਤਾਂ ਹੀ ਇਸਲਾਮ ਦੇ ਵਿੱਚ ਸਾੜਿਆ ਨਹੀਂ ਜਾਂਦਾ, ਧਰਤੀ ਦੇ ਵਿੱਚ ਦਫਨਾਇਆ ਜਾਂਦਾ ਤੇ ਅੱਗੇ ਜਾ ਕੇ ਫਿਰ ਸੜਨਾ ਨਹੀਂ ਪੈਂਦਾ ਨਰਕਾਂ ਦੇ ਵਿੱਚ। ਤੇ ਹਜੂਰ ਕਹਿੰਦੇ, ਐਵੇਂ ਤੂੰ ਕਿਵੇਂ ਦਾਅਵੇ ਦੇ ਨਾਲ ਆਖ ਸਕਦਾ? ਕਹਿੰਦਾ ਜੀ ਅਸੀਂ ਕਹਿ ਸਕਦੇ ਹਾਂ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਪਦੇਸ਼ ਦੇਣ ਦੇ ਵਾਸਤੇ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ, ਹੈ ਸ਼ੇਖ ਬ੍ਰਹਮ ਫਰੀਦ ਕੰਨਾਂ ਨੂੰ ਹੱਥ ਲਾ ਕੇ ਫਿਰ ਤੋਬਾ ਕਰਦਾ ਸੀ। ਜਦੋਂ ਮਹਾਰਾਜ ਜੀ ਨੇ ਬਚਨ ਸੁਣਾਏ ਨਾ, ਤੇ ਕਹਿਣ ਲੱਗੇ, ਸਤਿਗੁਰੂ ਜੀ ਨੇ ਉਚਾਰਨ ਕੀਤਾ ਕਿ ਤੁਹਾਡੇ ਗ੍ਰੰਥਾਂ ਦੇ ਵਿੱਚ ਹੀ ਲਿਖਿਆ ਹੋਇਆ ਨਾ, ਕਿਤਾਬਾਂ ਵਿੱਚ ਬਚਨ ਲਿਖੇ ਹੋਏ ਆ ਕਿ ਜਦੋਂ ਵੀ ਅਸੀਂ ਤੁਰਦੇ ਹਾਂ, ਇੱਕ ਬਾਦਸ਼ਾਹ ਦੇ ਸਿਰ ਤੇ ਸਾਡਾ ਪੈਰ ਆਉਂਦਾ, ਦੂਜਾ ਵਜ਼ੀਰ ਦੇ ਸਿਰ ਤੇ ਆਉਂਦਾ। ਇਹ ਤੁਹਾਡੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਨਾ ਕਿ ਮੁਸਲਮਾਨਾਂ ਦੇ ਵਿੱਚ ਇੰਨੇ ਬਾਦਸ਼ਾਹ ਤੇ ਇੰਨੇ ਵਜ਼ੀਰ ਹੋ ਚੁੱਕੇ ਆ ਸੰਸਾਰ ਦੇ ਅੰਦਰ। ਬੜਾ ਪੁਰਾਣਾ ਮਤ ਹੈ ਸਾਡਾ। ਤੇ ਫਿਰ ਇਹ ਜਾਣ ਲਓ ਕਿ ਜਿਸ ਸੰਸਾਰ ਦੇ ਅੰਦਰ ਸਾਰੀ ਦੀ ਸਾਰੀ ਜਿਹੜੀ ਮਿੱਟੀ ਹੈ, ਉਹ ਤਾਂ ਫਿਰ ਮੁਸਲਮਾਨਾਂ ਦੀ ਬਣੀ ਹੋਈ, ਉਹਨਾਂ ਦੇ ਸਰੀਰ ਤੋਂ ਬਣ ਚੁੱਕੀ ਹੈ। ਤੇ ਕਹਿੰਦਾ ਜੀ ਹਾਂ, ਇਸੇ ਤਰ੍ਹਾਂ ਹੀ ਹੈ। ਤੇ ਜਦੋਂ ਇਹ ਹਾਂ ਕੀਤੀ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਲਾ ਇਹ ਮਹੱਲਾ ਉਚਾਰਨ ਕੀਤਾ। ਹਜੂਰ ਫਰਮਾਉਂਦੇ ਹਨ, ਮਿੱਟੀ ਮੁਸਲਮਾਨ ਕੀ। ਕਹਿੰਦੇ ਹਨ ਕਿ ਜਿਹੜੇ ਮੁਸਲਮਾਨਾਂ ਦੇ ਸਰੀਰ ਦੀ ਜੋ ਮਿੱਟੀ ਹੈ, ਪੇੜਾ ਪਈ ਕੁਮਿਆਰ। ਫਿਰ ਕਹਿੰਦੇ ਹਨ ਕਿ ਜਿਹੜਾ ਕੁਮਿਆਰ ਹੈ, ਆਖਰਕਾਰ ਜਦੋਂ ਚੀਕਨੀ ਮਿੱਟੀ ਹੋ ਜਾਂਦੀ, ਉਸੇ ਨੂੰ ਲਿਆ ਕੇ ਮਲ ਕੇ ਗੁੰਨ ਕੇ ਚੱਕ ਤੇ ਚਾੜ ਕਰਕੇ ਭਾਂਡੇ ਬਣਾ ਤਿਆਰ ਕਰਦਾ ਹੈ ਨਾ। ਤੇ ਫਿਰ ਉਹਨਾਂ ਨੂੰ ਅੱਗ ਦੇ ਵਿੱਚ ਵੀ ਸੇਕ ਦਿੰਦਾ, ਅੱਗ ਦੇ ਵਿੱਚ ਤਪਾਉਣਾ ਕਰਦਾ ਹੈ। ਤੇ ਸਾਧ ਸੰਗਤ ਜੀ, ਇਹ ਜਿਹੜੀ ਗੁਰਬਾਣੀ ਦੀ ਪੰਕਤੀ ਹੈ, ਜਿਸ ਨੂੰ ਬਾਬਾ ਰਾਮ ਰਾਏ ਜੀ ਨੇ ਬਦਲ ਕਰਕੇ ਮੁਸਲਮਾਨ ਦੀ ਥਾਂ ਤੇ ਬੇਈਮਾਨ ਕਹਿ ਕੇ ਉਚਾਰਨ ਕਰ ਦਿੱਤਾ ਸੀ। ਔਰੰਗਜ਼ੇਬ ਦੀ ਖੁਸ਼ਾਮਦ ਪਾਉਣ ਦੇ ਵਾਸਤੇ 13,000 ਰੁਪਏ ਹਰ ਰੋਜ਼ ਜੋ ਬਾਦਸ਼ਾਹ ਭੇਜਦਾ ਸੀ, ਲਾਲਚ ਵਸ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋ ਗਏ ਸਨ ਬਾਬਾ ਰਾਮ ਰਾਏ ਜੀ। ਤੇ ਕਹਿ ਦਿੱਤਾ ਕਿ ਨਹੀਂ, ਮਹਾਰਾਜ ਜੀ ਨੂੰ ਭੁਲੇਖਾ ਲੱਗ ਗਿਆ, ਇੱਥੇ ਮੁਸਲਮਾਨ ਦੀ ਥਾਂ ਤੇ ਬੇਈਮਾਨ ਕਹਿ ਕੇ ਉਚਾਰਨ ਕਰ ਦਿੱਤਾ ਸੀ। ਤੇ ਫਿਰ ਔਰੰਗੇ ਨੂੰ ਤਾਂ ਸਾਧ ਸੰਗਤ ਜੀ ਭਾਵੇਂ ਖੁਸ਼ ਕਰ ਲਿਆ, ਪਰ ਪਿਰਾ ਸਤਿਗੁਰੂ ਜੀ ਦੀਆਂ ਖੁਸ਼ੀਆਂ ਨਾ ਪ੍ਰਾਪਤ ਕਰ ਸਕੇ। ਸਤਿਗੁਰੂ ਜੀ ਨੇ ਵਚਨ ਕਰ ਦਿੱਤਾ ਹੈ, ਜਦੋਂ ਸੰਗਤ ਤੋਂ ਪਤਾ ਲੱਗਾ ਕਿ ਮਹਾਰਾਜ ਆਪ ਦੇ ਸਾਹਿਬਜ਼ਾਦੇ ਨੇ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ ਹੈ, ਤੇ ਕਹਿਣ ਲੱਗੇ, ਜਿਹਨੇ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦਾ ਸਤਿਕਾਰ ਨਹੀਂ ਕੀਤਾ, ਉਹ ਭਾਵੇਂ ਸਾਡਾ ਆਪਣਾ ਹੀ ਸਾਹਿਬਜ਼ਾਦਾ ਹੈ। ਹਜੂਰ ਨੇ ਵਚਨ ਕੀਤਾ ਸੀ, ਕਹਿੰਦੇ ਕਿ ਸਾਡੇ ਮੱਥੇ ਨਾ ਲੱਗੇ, ਜਿੱਧਰ ਮੁਖੇ ਉਧਰ ਹੀ ਚਲਾ ਜਾਵੇ। ਗੁਰੂ ਘਰ ਦੇ ਵਿੱਚੋਂ ਸ਼ੇਰ ਦਿੱਤਾ ਸੀ ਬਾਬਾ ਰਾਮ ਰਾਏ ਜੀ ਨੇ। ਤਾਂ ਹੀ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਗੁਰੂ ਘਰ ਦੇ ਵਿੱਚੋਂ ਸ਼ੇਰ ਦਿੱਤਾ, ਭਾਵੇਂ ਆਪਣੇ ਹੀ ਪੁੱਤਰ ਸਨ ਬਾਬਾ ਰਾਮ ਰਾਏ ਜੀ। ਸਾਧ ਸੰਗਤ ਜੀ, ਗੁਰਬਾਣੀ ਦੀ ਤੁਕ ਬਦਲਣ ਦੇ ਕਰਕੇ ਤੇ ਮਹਾਰਾਜ ਹਜੂਰ ਨੇ ਇਹ ਵਚਨ ਕੀਤਾ, ਮਿੱਟੀ ਮੁਸਲਮਾਨ ਕੀ ਪੇੜ ਪਈ ਕੁਮਿਆਰ।
ਕਹਿੰਦੇ ਹਨ ਕਿ ਪੇੜ ਜਿਵੇਂ ਵਾਟਣੇ ਵੱਟ ਕਰਕੇ ਗੁੰਨ ਕਰਕੇ ਮਿੱਟੀ ਦੇ ਭਾਂਡੇ ਤਿਆਰ ਕਰਦਾ ਹੈ, ਉਹ ਕਹਿੰਦੇ ਘੁਮਿਆਰ ਦੇ ਵਾਸਤੇ ਮਿੱਟੀ ਨੇ ਪੈਣਾ ਕੀਤਾ ਹੈ। ਘੜ ਭਾਂਡੇ ਇੱਟਾ ਕੀਆ, ਤੇ ਫਿਰ ਉਹਨਾਂ ਦੇ ਭਾਂਡੇ ਕਈ ਤਿਆਰ ਕਰ ਦਿੰਦਾ, ਘੜ ਦਿੰਦਾ ਹੈ, ਤੇ ਕਈਆਂ ਦੀਆਂ ਫਿਰ ਇੱਟਾਂ ਬਣਾ ਦਿੰਦਾ ਆਵੇ ਦੇ ਵਿੱਚ ਪਾ ਕੇ। ਜਲਦੀ ਕਰੇ ਪੁਕਾਰ, ਤੇ ਜਦੋਂ ਮਿੱਟੀ ਜਲਦੀ ਹੈ ਨਾ, ਭਾਵ ਸੜਦੀ ਹੈ ਅੱਗ ਦੇ ਵਿੱਚ, ਭਾਵੇਂ ਆਵਿਆਂ ਦੇ ਵਿੱਚ ਪੁਕਾਰਾਂ ਕਰਦੀ ਹੈ, ਪੁੱਬਾਂ ਮਾਰ-ਮਾਰ ਕਰਕੇ ਰੋਂਦੀ ਹੈ। ਤੇ ਮਹਾਰਾਜ ਕਹਿਣ ਲੱਗੇ ਸ਼ੇਖ ਬ੍ਰਹਮ ਫਰੀਦ, ਫਿਰ ਦੱਸ ਹੈ ਤਾਂ ਤੁਹਾਡੀ ਮਿੱਟੀ ਹੈ ਨਾ, ਫਿਰ ਤੁਸੀਂ ਕਹਿੰਦੇ ਉਹਨੂੰ ਸੜਨਾ ਨਹੀਂ ਪੈਂਦਾ, ਫਿਰ ਕਿੱਦਾਂ ਪੁੱਬਾਂ ਮਾਰ-ਮਾਰ ਕਰਕੇ ਰੋਂਦੀ ਹੈ, ਕਰਲਾਉਂਦੀ ਹੈ, ਉੱਚੀ ਉੱਚੀ ਪੁੱਬਾਂ ਮਾਰ ਕੇ ਰੋਂਦੀ ਹੈ ਨਾ। ਮਹਾਰਾਜ ਕਹਿੰਦੇ ਜਲਦੀ ਕਰੇ ਪੁਕਾਰ, ਫਿਰ ਪੁਕਾਰਾਂ ਕਰਦੀ ਹੈ, ਫਿਰ ਕੌਣ ਬਚਾਉਣ ਵਾਲਾ ਹੈ? ਜਲ ਜਲ ਰੋਵੈ ਬੱਪੜੀ, ਇਹ ਬੱਪੜੀ ਵਿਚਾਰੀ ਜਿਹੜੀ ਮਿੱਟੀ ਹੈ, ਫਿਰ ਜਲ ਜਲ ਕਰਕੇ ਸੜ ਸੜ ਕਰਕੇ ਉੱਚੀ ਉੱਚੀ ਰੋਂਦੀ ਹੈ। ਝੜ ਝੜ ਪਵਹਿ ਅੰਗਿਆਰ, ਤੇ ਫਿਰ ਅੰਗਿਆਰ ਝੜ ਝੜ ਕਰਕੇ ਪੈਂਦੇ ਆ ਮਿੱਟੀ ਦੇ ਨਾਲੋਂ। ਮਹਾਰਾਜ ਕਹਿੰਦੇ ਇਦਾਂ ਦੀ ਇਹ ਤੁਹਾਡੀ ਜਿਹੜੀ ਸ਼ਰੀਰਾਂ ਦੀ ਬਣੀ ਹੋਈ ਮਿੱਟੀ, ਉਹਦੀ ਹਾਲਤ ਬਣਦੀ ਹੈ। ਨਾਨਕ ਜਿਨ ਕਰਤੈ ਕਾਰਨ ਕੀਆ, ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜਿਸ ਕਰਨ ਹਾਰੇ ਕਰਤੇ ਪਰਮਾਤਮਾ ਨੇ ਸ੍ਰਿਸ਼ਟੀ ਦੇ ਇਹ ਸਾਰੇ ਖੇਲ ਨੂੰ ਕੀਤਾ ਹੈ, ਸੋ ਜਾਣੈ ਕਰਤਾਰ। ਉਹ ਕਰਤਾਰ ਪਰਮੇਸ਼ਰ ਆਪ ਹੀ ਸਭ ਦੇ ਦਿਲਾਂ ਦੀ ਜਾਣਦਾ ਹੈ। ਹਕੀਕਤ ਕੀ ਹੈ, ਸੱਚ ਕੀ ਹੈ, ਕਿਹੜਾ ਜੀਵ ਨਰਕਾਂ ਵਿੱਚ ਜਾਂਦਾ ਹੈ, ਕਿਹੜਾ ਸਵਰਗਾਂ ਵਿੱਚ ਜਾਂਦਾ ਹੈ, ਕਿਸ ਨੂੰ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ, ਕਿਹੜਾ ਦੋਜਕਾਂ ਵਿੱਚ ਜਾਂਦਾ ਹੈ, ਕਿਹਨੂੰ ਬਹਿਸ਼ਤਾਂ ਦੀ ਪ੍ਰਾਪਤੀ ਹੁੰਦੀ ਹੈ। ਸ਼ੇਖ ਬ੍ਰਹਮ ਫਰੀਦ ਪ੍ਰਮਾਤਮਾ ਜਾਣਦਾ ਹੈ। ਔਰ ਇਸੇ ਪ੍ਰਕਾਰ ਫਿਰ ਇਹ ਮਹੱਲਾ ਪੜੋ, ਹਜੂਰ ਅੰਤਰੀ ਭਾਵ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਮਹੱਲਾ ਪਹਿਲਾ, ਮਿੱਟੀ ਮੁਸਲਮਾਨ ਕੀ। ਸਾਧ ਸੰਗਤ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ, ਤਿਨਾਂ ਨੇ ਸਾਧ ਸੰਗਤ ਜੀ ਜੀਵਨ ਦੇ ਵਿੱਚ ਗਾਥਾ ਮਿਲਦੀ ਹੈ। ਕਹਿੰਦੇ ਕਿ ਇੱਕ ਮੁਸਲਮਾਨ ਬੜਾ ਚੰਚਲ ਸੁਭਾਅ ਦਾ ਤੇ ਬੜਾ ਤੀਬਰ ਬੁੱਧੀ ਵਾਲਾ ਸੀ। ਜਿਵੇਂ ਇਸਲਾਮ ਦੇ ਵਿੱਚ ਮੌਲਵੀ ਹੁੰਦੇ ਨੇ, ਬੜਾ ਵੱਡਾ ਵਿਦਵਾਨ ਸੀਗਾ। ਤੇ ਉਹ ਮਹਾਂਪੁਰਖਾਂ ਦੇ ਕੋਲ ਆ ਕੇ ਕਹਿਣ ਲੱਗਾ ਕਿ ਤੁਸੀਂ ਇਹ ਪੰਕਤੀ ਦੇ ਅਰਥ ਕਰਕੇ ਸੁਣਾਵੋ। ਤੇ ਮਹਾਂਪੁਰਖ ਕਹਿੰਦੇ ਕਿ ਤੁਸੀਂ ਸੁਣਾ ਦੇਵੋ, ਤੁਸੀਂ ਵੀ ਵਿਦਵਾਨ ਹੀ ਹੋ। ਤੇ ਕਹਿੰਦਾ ਨਹੀਂ ਤੁਸੀਂ ਸੁਣਾਓ। ਫਿਰ ਮਹਾਂਪੁਰਖਾਂ ਨੇ ਕਿਹਾ ਤੇ ਫਿਰ ਅਰਥ ਕਰਕੇ ਸੁਣਾਉਣ ਲੱਗ ਪਏ ਸੀ ਇਸ ਪੰਕਤੀ ਦੇ। ਤੇ ਕਹਿੰਦਾ ਸੀ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ। ਕਹਿੰਦੇ ਜਦੋਂ ਜੋ ਖੁਦਾ ਨੇ ਇਸ ਸੰਸਾਰ ਦੇ ਜੀਵਾਂ ਦੀ ਬਣਤਰ ਬਣਾਉਣੀ ਸੀ ਨਾ, ਉਹ ਕਹਿੰਦੇ ਕਿ ਘੁਮਿਆਰ ਰੂਪ ਜਿਹੜਾ ਖੁਦਾ ਹੈ ਨਾ, ਉਹਨੇ ਫਿਰ ਜਿਹੜੇ ਇਜ਼ਰਾਈਲ ਈਬਾਈਲ ਆਦਿਕ ਫਰਿਸ਼ਤੇ ਸਨ, ਉਹਨਾਂ ਨੂੰ ਭੇਜੇ ਕਿ ਜਾਓ ਮੱਕੇ ਤੋਂ ਜਿਹੜੀ ਹੈ ਪਰਮ ਮਿੱਟੀ ਲੈ ਕਰਕੇ ਆਵੋ। ਉੱਥੇ ਪਵਿੱਤਰ ਮਿੱਟੀ ਹੈ, ਪਾਕ ਮਿੱਟੀ ਹੈ, ਉਹਦੇ ਤੇ ਮੁਸਲਮਾਨਾਂ ਦੀ ਇਹ ਘਾੜਤ ਕਰਨੀ ਹੈ, ਸਰੀਰ ਤਿਆਰ ਕਰਨੇ ਹੈ। ਪਾਕ ਮਿੱਟੀ ਲਿਆ ਕਰਕੇ ਮੁਸਲਮਾਨਾਂ ਦੇ ਸਰੀਰ ਤਿਆਰ ਕੀਤੇ ਸਨ। ਤੇ ਮਹਾਂਪੁਰਖਾਂ ਨੇ ਹੱਸ ਕੇ ਕਿਹਾ, ਕਹਿੰਦੇ ਮੰਨ ਤਾਂ ਗਏ ਹੀ ਹੈ ਨਾ, ਭਾਵੇਂ ਕੰਨ ਪੁੱਠੇ ਤਰ੍ਹਾਂ ਫੜ ਕੇ ਮੰਨ ਗਏ ਆ ਕਿ ਸਰੀਰ ਜਿਹੜੇ ਮਿੱਟੀ ਬਣ ਜਾਂਦੇ ਆ, ਆਖਰਕਾਰ ਮੰਨ ਤਾਂ ਗਏ ਹੀ ਹੈ ਨਾ। ਤੇ ਮਹਾਰਾਜ ਗਰੀਬ ਨਵਾਜ ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਕਹਿੰਦੇ ਹਨ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ। ਕਹਿੰਦੇ ਘੁਮਿਆਰ ਰੂਪ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਪੇੜੇ ਵਿੱਚ ਪਈ ਹੋਈ ਹੈ, ਜਿਸ ਨੇ ਸਾਰੀ ਸੰਸਾਰ ਦੇ ਸ੍ਰਿਸ਼ਟੀ ਦੀ ਘਾੜਤ ਨੂੰ ਕੱਢਣਾ ਕੀਤਾ, ਅਥਵਾ ਬ੍ਰਹਮਾ ਦੇ ਪਾਸ ਇਸ ਮਿੱਟੀ ਨੇ ਜਾਣਾ ਕੀਤਾ ਹੈ, ਜਿਸ ਨੇ ਸਾਰੇ ਸੰਸਾਰ ਦੇ ਜੀਵਾਂ ਦੀਆਂ ਘਾੜਤਾਂ ਨੂੰ ਕੱਢਿਆ ਹੋਇਆ ਹੈ। ਮੁਸਲਮਾਨਾਂ ਮਹਾਰਾਜ ਕਹਿੰਦੇ ਹਨ ਮਿੱਟੀ ਮੁਸਲਮਾਨ ਕੀ। ਇਹ ਜਾਣੋ ਕਿ ਸੰਸਾਰ ਦੇ ਜਿਹੜੇ ਜੀਵ ਹੈ ਨਾ, ਇਹਦਾ ਕਾਹਦਾ ਮਾਣ ਕਰਨਾ ਹੈ, ਜਿਹੜਾ ਕੇਵਲ ਪੰਜ ਤੱਤਾਂ ਨੂੰ ਵੀ ਮੂਸਲੀ ਪਰਮੇਸ਼ਰ ਦਾ ਬਣਾਇਆ ਹੋਇਆ ਹੈ। ਪੇੜਾ ਪਈ ਘੁਮਿਆਰ, ਜੋ ਬ੍ਰਹਮ ਰੂਪ ਘੁਮਿਆਰ ਦੇ ਪੇੜੇ ਵਿੱਚ ਮਿੱਟੀ ਨੇ ਪੈਣਾ ਕੀਤਾ ਹੈ। ਘੜ ਭਾਂਡੇ ਇੱਟਾ ਕੀਆ, ਜਿਸ ਬ੍ਰਹਮ ਰੂਪ ਘੁਮਿਆਰ ਨੇ ਸਰੀਰ ਰੂਪੀ ਭਾਂਡੇ ਬਣਾਏ ਹੋਏ ਹੈ। ਆਪੇ ਭਾਂਡੇ ਸਾਜਿਆਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜੇ। ਉਹ ਪ੍ਰਮਾਤਮਾ ਨੇ ਆਪ ਹੀ ਕਹਿੰਦੇ ਸਰੀਰ ਰੂਪੀ ਭਾਂਡੇ ਬਣਾਏ ਹੋਏ ਹੈ। ਤੇ ਇੱਟਾਂ ਦੀ ਤਰ੍ਹਾਂ ਜਿਹੜੇ ਜੜ ਜੀਵ ਹਨ,
ਰੁੱਖ ਆਦਿਕ ਹਨ, ਉਹ ਪਰਮੇਸ਼ਰ ਨੇ ਇੱਕੋ ਹੀ ਮਿੱਟੀ ਤੋਂ ਬਣਾਏ ਹਨ। ਜਲਦੀ ਕਰੇ ਪੁਕਾਰ, ਤੇ ਜਦੋਂ ਇਹ ਸਰੀਰ ਰੂਪੀ ਮਿੱਟੀ ਮਾਤਾ ਦੇ ਗਰਭ ਦੇ ਵਿੱਚ ਜਲਦੀ ਹੈ ਨਾ, ਸੜਦੀ ਜਠਰਾ ਅਗਨੀ ਦੇ ਪਾਸ, ਉਦੋਂ ਕਹਿੰਦੇ ਫਿਰ ਪੁਕਾਰਾਂ ਕਰਦੀ ਹੈ। ਇਹ ਜੀਵ ਕਿਦਾਂ ਫਰਿਆਦਾਂ ਕਰਦਾ ਨਾ ਪਰਮੇਸ਼ਰ ਦੇ ਚਰਨਾਂ ਵਿੱਚ, ਹੇ ਪ੍ਰਮਾਤਮਾ ਇੱਕ ਵਾਰ ਇਸ ਕੁੰਭੀ ਨਰਕ ਦੇ ਵਿੱਚੋਂ ਮੈਨੂੰ ਬਾਹਰ ਕੱਢ, ਮੈਂ ਹਰ ਇੱਕ ਸਵਾਸ ਦੇ ਨਾਲ ਤੇਰਾ ਸਿਮਰਨ ਕਰਾਂਗਾ, ਧਰਮ ਦੀ ਕਿਰਤ ਕਰਾਂਗਾ, ਦਸਵੰਧ ਕੱਢ ਕੇ ਆਪ ਦੇ ਚਰਨਾਂ ਵਿੱਚ ਅਰਪਣ ਕਰਾਂਗਾ। ਬੜੀਆਂ ਫਰਿਆਦਾਂ ਕਰਦਾ, ਅਰਦਾਸਾਂ ਕਰਦਾ। ਉਹ ਕਹਿੰਦੇ ਫਿਰ ਸਰੀਰ ਰੂਪੀ ਮਿੱਟੀ ਫਿਰ ਮਾਤਾ ਦੇ ਗਰਭ ਦੇ ਵਿੱਚ ਵੀ ਪੁਕਾਰਾਂ ਹੀ ਕਰਦੀ ਹੈ। ਜਲ ਜਲ ਰੋਵੈ ਬੱਪੜੀ, ਇਹ ਫਿਰ ਇਹ ਸਰੀਰ ਰੂਪੀ ਮਿੱਟੀ ਕਦੀ ਤਾਂ ਵਿਕਾਰਾਂ ਦੀ ਵੀ ਜਲਦੀ ਰਹਿੰਦੀ ਹੈ, ਤੇ ਸਾਧ ਸੰਗਤ ਜੀ ਕਦੇ ਵਿਸ਼ੇ ਸੁਖਾਂ ਦੇ ਵਿੱਚ ਇਸ ਸੰਸਾਰ ਦੇ ਵਿਕਾਰਾਂ, ਕਦੇ ਈਰਖਾਂ, ਕਦੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੀ ਰਹਿੰਦੀ ਹੈ। ਝੜ ਝੜ ਪਵਹਿ ਅੰਗਿਆਰ, ਤੇ ਬਾਰ-ਬਾਰ ਸੰਸਾਰ ਦੇ ਅੰਦਰ ਹੀ ਜਨਮ ਧਾਰਨ ਕਰਨਾ ਪੈਂਦਾ ਹੈ। ਅੰਗਿਆਰ ਝੜ ਝੜ ਕਰਕੇ, ਕਦੇ ਕੋਈ ਸਰੀਰ ਰੂਪੀ ਅੰਗਿਆਰਾ ਝੜ ਗਿਆ, ਕਦੇ ਕਿਸੇ ਜੂਨ ਰੂਪੀ ਅੰਗਿਆਰਾ ਝੜ ਗਿਆ, ਤੇ ਫਿਰ ਦੁਬਾਰਾ ਸੰਸਾਰ ਦੇ ਅੰਦਰ ਜਨਮ ਧਾਰਨ ਕਰਦਾ ਹੈ। ਨਾਨਕ ਜਿਨ ਕਰਤੈ ਕਾਰਨ ਕੀਆ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਜਿਸ ਕਰਨਹਾਰੇ ਪਰਮੇਸ਼ਰ ਨੇ ਇਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਸੋ ਜਾਣੈ ਕਰਤਾਰ। ਉਹ ਪਰਮਾਤਮਾ ਸਭ ਦੇ ਦਿਲਾਂ ਦੀ ਜਾਣਦਾ ਹੈ। ਉਹ ਵਾਹਿਗੁਰੂ ਜੀਵ ਦੇ ਬੋਲਣ ਤੋਂ ਬਿਨਾਂ ਵੀ ਅੰਦਰ ਦੀ ਭਾਵਨਾ ਨੂੰ, ਚੰਗੀ ਮੰਦੇ ਨੂੰ ਜਾਣ ਲੈਂਦਾ ਹੈ। ਪੌੜੀ ਬਿਨ ਸਤਿਗੁਰ ਕਿਨੈ ਨ ਪਾਇਓ, ਪੌੜੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਹੇ ਸ਼ੇਖ ਬ੍ਰਹਮ ਫਰੀਦ, ਅਕਾਲ ਪੁਰਖ ਵਾਹਿਗੁਰੂ ਜੋ ਪਰਮਾਤਮਾ ਜੀ ਦਾ ਸਰੂਪ ਹੈ, ਜਾਂ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਹੈ, ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕਦੇ ਵੀ ਕਿਸੇ ਨੇ ਨਹੀਂ ਪਾਉਣਾ ਕੀਤਾ। ਬਿਨ ਸਤਿਗੁਰ ਕਿਨੈ ਨਾ ਪਾਇਓ, ਨਾ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਕਿਸੇ ਨੇ ਪਾਇਆ। ਮਹਾਰਾਜ ਕਹਿੰਦੇ ਬਿਨ ਸਤਿਗੁਰ ਕਿਨੈ ਨਾ ਪਾਇਆ, ਨਾ ਹੀ ਕਿਸੇ ਨੇ ਪਰਮੇਸ਼ਰ ਨੂੰ ਪਾਉਣਾ ਕੀਤਾ। ਪੂਰੇ ਸਤਿਗੁਰੂ ਜੀ ਤੋਂ ਬਿਨਾਂ ਨਾ ਤਾਂ ਗਿਆਨ ਪ੍ਰਾਪਤ ਹੁੰਦਾ ਹੈ, ਤੇ ਗਿਆਨ ਤੋਂ ਬਿਨਾਂ ਨਾ ਹੀ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰੂ ਜੀ ਦੇ ਬਾਝੋਂ ਪਰਮੇਸ਼ਰ ਨੂੰ ਵੀ ਕਦੇ ਕਿਸੇ ਨੇ ਨਹੀਂ ਪਾਇਆ। ਹੈ ਜੀਵਾ ਸਤਿਗੁਰ ਵਿੱਚ ਆਪ ਰੱਖਿਓ ਨ, ਕਿਉਂਕਿ ਸਤਿਗੁਰੂ ਜੀ ਦੇ ਵਿੱਚ ਹੀ ਪ੍ਰਮਾਤਮਾ ਨੇ ਆਪਣਾ ਸਰੂਪ ਰੱਖਿਆ ਹੈ, ਨਾਮ ਦਾ ਖਜ਼ਾਨਾ ਰੱਖਿਆ ਹੈ, ਸ਼ੁਭ ਗੁਣਾਂ ਦਾ ਭੰਡਾਰਾ ਪਰਮੇਸ਼ਰ ਨੇ ਰੱਖਿਆ ਹੈ। ਕਰ ਪ੍ਰਗਟ ਆਖ ਸੁਣਾਇਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਤੱਖ ਆਪਣਾ ਸਾਖਸ਼ਾਤ ਸਰੂਪ ਸੰਸਾਰ ਦੇ ਅੰਦਰ ਪ੍ਰਗਟ ਕਰਕੇ ਇਹ ਬਚਨ ਸੁਣਾਉਣਾ ਕੀਤੀ ਹੈ ਗਰੀਬ ਨਵਾਜ ਸਤਿਗੁਰੂ ਜੀ ਨੇ। ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਨੇ ਆਪ ਸਰਗੁਣ ਸਰੂਪ ਧਾਰਨ ਕਰਕੇ ਜੀਵਾਂ ਦਾ ਭਲਾ ਕੀਤਾ ਹੈ। ਪ੍ਰਤੱਖ ਦਸਾਂ ਜਾਮੇ ਅੰਦਰ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦੇ ਕਰਕੇ ਜੀਵਾਂ ਨੂੰ ਨਿਹਾਲ ਕੀਤਾ ਹੈ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਹੜੇ ਜੀਵ ਪੂਰੇ ਸਤਿਗੁਰੂ ਜੀ ਦੇ ਨਾਲ ਮਿਲੇ ਹਨ, ਉਹ ਜਾਣੋ ਕਿ ਸਦਾ ਮੁਕਤ ਹਨ। ਭਾਵ ਉਹਨਾਂ ਨੂੰ ਜੀਵਨ ਮੁਕਤੀ ਦੀ ਦਾਤ ਮਿਲ ਗਈ ਹੈ। ਉਹਨਾਂ ਨੂੰ ਕਦੇ ਵੀ ਮਾਇਆ ਦਾ ਕੋਈ ਬੰਧਨ ਨਹੀਂ ਲੱਗਦਾ, ਕਿਸੇ ਪ੍ਰਕਾਰ ਦਾ ਕੋਈ ਸੰਸਾਰ ਦੇ ਅੰਦਰ ਮਾਇਆ ਦਾ ਜੰਜਾਲ ਉਹਨਾਂ ਨੂੰ ਨਹੀਂ ਲੱਗਦਾ। ਜੋ ਪੂਰੇ ਸਤਿਗੁਰੂ ਜੀ ਦੇ ਨਾਲ ਮਨ ਬਾਣੀ ਸਰੀਰ ਕਰਕੇ ਮਿਲ ਗਏ ਹਨ, ਜਿਨ੍ਹਾਂ ਨੇ ਆਪਾ ਭਾਵ ਅਪਾਵ ਕਰਕੇ ਗੁਰੂ ਚਰਨਾਂ ਦਾ ਪਿਆਰ ਪਾ ਲਿਆ ਹੈ। ਜਿਨ ਵਿੱਚ ਹੋ ਮੋਹ ਚੁਕਾਇਆ, ਜਿਨ੍ਹਾਂ ਨੇ ਆਪਣੇ ਅੰਦਰੋਂ ਸਰੀਰ ਦਾ ਮੋਹ ਚੁਕਾ ਦਿੱਤਾ ਹੈ, ਕਦੇ ਵੀ ਕਿਸੇ ਸਰੀਰ ਦਾ ਮੋਹ ਨਹੀਂ ਕਰਦੇ। ਮਿੱਟੀ ਜਾਣ ਕਰਕੇ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹੀ ਕੇਵਲ ਹਿਰਦੇ ਅੰਦਰ ਧਾਰਨ ਕਰੀ ਰੱਖਦੇ ਹਨ। ਉੱਤਮ ਇਹੋ ਵਿਚਾਰ ਹੈ, ਸਤਿਗੁਰੂ ਜੀ ਕਹਿੰਦੇ ਹੈ ਸ਼ੇਖ ਬ੍ਰਹਮ ਫਰੀਦਾ, ਇਹ ਵਿਚਾਰ ਸਭ ਤੋਂ ਉੱਤਮ ਹੈ। ਸੰਸਾਰ ਦੀਆਂ ਵਿਚਾਰ ਧਾਰਾ ਤੋਂ ਸਭ ਤੋਂ ਉੱਤਮ ਇਹ ਵਿਚਾਰ ਜਾਣਨਾ ਕਰ। ਜਿਨ ਸੱਚੇ ਸਿਆਓ ਚਿਤ ਲਾਇਆ, ਜਿਨ੍ਹਾਂ ਨੇ ਸੱਚੇ ਪਰਮਾਤਮਾ ਦੇ ਚਰਨਾਂ ਵਿੱਚ ਚਿਤ ਲਾਇਆ ਹੈ, ਇਹ ਜਾਣੋ ਸਭ ਤੋਂ ਉੱਤਮ ਵਿਚਾਰ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਕਿ ਉਹ ਉਜਲ ਕਰਮ ਹਨ, ਸਭ ਤੋਂ ਚੰਗੇ ਕਰਮ ਹੈ, ਸਭ ਤੋਂ ਵੱਡਾ ਤੇ ਪਰਮ ਧਰਮ ਹੈ ਪਰਮੇਸ਼ਰ ਦਾ ਸਿਮਰਨ ਕਰਨਾ।
ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਉਜਲ ਕਰਮ ਹੈ। ਮਹਾਰਾਜ ਕਹਿੰਦੇ ਸਭ ਤੋਂ ਉੱਤਮ ਵਿਚਾਰ ਹੈ ਜੋ ਵਾਹਿਗੁਰੂ ਦੇ ਚਰਨਾਂ ਵਿੱਚ ਚਿਤ ਬਿਰਤੀ ਨੂੰ ਜੋੜਨਾ ਹੈ। ਜਗ ਜੀਵਨ ਦਾਤਾ ਪਾਇਆ, ਤੇ ਤਿਨਾਂ ਨੇ ਹੀ ਜਗਤ ਨੂੰ ਜੀਵਨ ਦਾਨ ਦੇਣ ਵਾਲੇ ਦਾਤੇ ਪਰਮੇਸ਼ਰ ਨੂੰ ਪਾਇਆ ਹੈ, ਜਿਨ੍ਹਾਂ ਨੇ ਚਿਤ ਬਿਰਤੀ ਵਾਹਿਗੁਰੂ ਦੇ ਚਰਨਾਂ ਵਿੱਚ ਜੋੜੀ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਹੈ। ਕਿਉਂਕਿ ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਬੇਕੀਆਂ ਜਾਏ। ਅਨੇਕ ਜੂਨੀ ਪਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕਦੇ ਮੁਕਤ ਸਰੂਪ ਨੂੰ ਨਹੀਂ ਪ੍ਰਾਪਤ ਹੋ ਸਕੀਦਾ। ਤੋ ਇਸ ਲਈ ਸਤ ਸੰਗਤ ਜੀ ਸਾਨੂੰ ਵੀ ਗੁਰੂ ਵਾਲੇ ਬਣਨਾ ਚਾਹੀਦਾ ਹੈ। ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪਾਨ ਕੀਤਾ, ਬੇਨਤੀ ਹੈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਨਿਗੁਰੇ ਪੁਣੇ ਦੀ ਝੂਠ ਨੂੰ ਲਾਹ ਕਰਕੇ, ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰਕੇ, ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਧਾਰਨ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲਾ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚ ਹੋ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਓ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।